ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਸਵਾਗਤ ਕਰਦਾ ਤੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਬਿਲਕੁਲ ਸ਼ਾਰਟ ਨੋਟਿਸ ਦੇ ਉੱਤੇ ਇੱਥੇ ਨਹੀਂ ਲੋੜ ਹੈਗੀ। ਓਕੇ ਸੋ ਤੁਸੀਂ ਸਾਡੇ ਸ਼ਾਰਟ ਨੋਟਿਸ ਦੇ ਉੱਤੇ ਇੱਥੇ ਆਏ ਹੋ। ਮਾਈਕ ਚਲਾ ਲਓ। ਸਭ ਤੋਂ ਪਹਿਲਾਂ ਮੈਂ ਤੁਹਾਡੀ ਇੱਕ ਇੰਟਰੋਡਕਸ਼ਨ ਕਰਵਾ ਦਿੰਦਾ। ਅੱਜ ਮੇਰੇ ਖੱਬੇ ਹੱਥ ਪ੍ਰੋਫੈਸਰ ਅਰਵਿੰਦ ਨੇ। ਇਸੇ ਸ਼ਹਿਰ ਦੇ ਵਿੱਚ ਇਹ ਪੜ੍ਹਾਉਂਦੇ ਰਹੇ ਨੇ, ਮੋਹਾਲੀ ਦੇ ਵਿੱਚ ਆਈਸਰ ਦੇ ਵਿੱਚ। ਇਹ ਫਿਜ਼ਿਕਸ ਦੇ ਟੀਚਰ ਨੇ ਤੇ ਇੱਥੇ ਸਾਇੰਟਿਸਟ ਦੇ ਤੌਰ 'ਤੇ ਕੰਮ ਕਰਦੇ ਰਹੇ ਨੇ ਆਈਸਰ ਦੇ ਵਿੱਚ, ਤੇ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਨੇ। ਤੇ ਨਾਲ ਪ੍ਰੋਫੈਸਰ ਅਸ਼ੋਕ ਕੁਮਾਰ ਤਿਵਾੜੀ ਨੇ। ਅਸ਼ੋਕ ਕੁਮਾਰ ਤਿਵਾੜੀ ਸਾਡੇ ਉੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡੀਨ ਐਕੈਡੈਮਿਕ ਅਫੇਅਰਸ ਨੇ ਤੇ ਸੀਨੀਅਰ ਪ੍ਰੋਫੈਸਰ ਨੇ ਉੱਥੇ। ਤੇ ਅੱਗੇ ਪ੍ਰੋਫੈਸਰ ਨਵਜੋਤ ਕੌਰ ਨੇ, ਇਹ ਯੂਨੀਵਰਸਿਟੀ ਦੇ ਵਿੱਚ ਰਜਿਸਟਰਾਰ ਨੇ ਤੇ ਉੱਥੇ ਸੀਨੀਅਰ ਪ੍ਰੋਫੈਸਰ ਨੇ। ਤੇ ਮੇਰਾ ਨਾਮ ਦਲਜੀਤ ਅਮੀ ਹੈ। ਮੈਂ ਉੱਥੇ ਡਿਪਾਰਟਮੈਂਟ ਆਫ ਪਬਲਿਕ ਰਿਲੇਸ਼ਨਸ ਦੇਖਦਾ ਤੇ ਤੁਹਾਡੇ 'ਚੋਂ ਜ਼ਿਆਦਾਤਰ ਲੋਕ ਮੈਨੂੰ ਜਾਣਦੇ ਹੋਣਗੇ ਕਿਉਂਕਿ ਇਸ ਪ੍ਰੈਸ ਕਲੱਬ ਦਾ ਮੈਂ ਵੀ ਮੈਂਬਰ ਹਾਂ ਤੇ ਇਸੇ ਸ਼ਹਿਰ ਦੇ ਵਿੱਚ ਪੱਤਰਕਾਰੀ ਕਰਦਾ ਰਿਹਾ। ਤੇ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਤੋਂ ਆਏ ਹਾਂ। ਬੁਨਿਆਦੀ ਤੌਰ ਦੇ ਉੱਤੇ ਸਾਰੇ ਬੰਦੇ ਅਸੀਂ ਪੰਜਾਬੀ 'ਚ ਬੋਲਾਂਗੇ ਪਹਿਲਾਂ, ਪਰ ਬਾਅਦ ਦੇ ਵਿੱਚ ਕਿਸੇ ਨੂੰ ਕੋਈ ਬਾਈਟ ਅੰਗਰੇਜ਼ੀ ਦੇ ਵਿੱਚ ਜਾਂ ਹਿੰਦੀ 'ਚ ਚਾਹੀਦੀ ਹੋਏਗੀ। ਸੋ ਇੱਥੇ ਜਿਹੜੇ ਇਹ ਤਿੰਨੇ ਸਾਡੇ ਸਪੀਕਰਸ ਨੇ ਦੇ ਵਿਲ ਬੀ ਅਵੇਲੇਬਲ ਦੇਅਰ ਆਫਟਰ। ਸੋ ਇਸ ਤਿੰਨੋਂ ਜਣੇ ਜਿਹੜੇ ਹੈਗੇ ਆ ਅੰਗਰੇਜ਼ੀ, ਹਿੰਦੀ, ਪੰਜਾਬੀ ਤਿੰਨੋਂ ਹੀ ਬੋਲ ਲੈਂਦੇ ਨੇ। ਸੋ ਉਹ ਤੁਸੀਂ ਚਿੰਤਾ ਨਾ ਕਰਿਓ ਕਿ ਹਿੰਦੀ ਜਾਂ ਅੰਗਰੇਜ਼ੀ ਵਾਲੀ। ਤੇ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਕਿਸ ਕਿਸਮ ਦੇ ਹਾਲਾਤ ਦੇ ਵਿੱਚੋਂ ਨਿਕਲ ਰਹੀ ਹੈ, ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਜਾਣਦੇ ਹੋ, ਉਹਦੇ ਬਾਰੇ ਅਸੀਂ ਕੁਝ ਗੱਲਾਂ ਕਰਨੀਆਂ ਨੇ। ਕੱਲ੍ਹ ਗੌਰਮੈਂਟ ਨੇ ਜਿਹੜੀ ਹੈਗੀ ਆ ਗ੍ਰਾਂਟ ਸਾਨੂੰ ਇੱਕ ਜਾਰੀ ਕਰਨ ਦੀ ਚਿੱਠੀ ਦਿੱਤੀ ਹੈ ਤੇ ਉਹਦੇ ਬਾਰੇ ਕੁਝ ਗੱਲਾਂ ਕਰਨੀਆਂ ਨੇ। ਤੇ ਇਹ ਤੋਂ ਬਿਨਾਂ ਜਿਹੜੇ ਤੁਹਾਡੇ ਸਵਾਲ ਹੋਣਗੇ ਉਹਨਾਂ ਦੀ ਗੱਲ ਕਰਾਂਗੇ। ਸੋ ਇੱਕ ਵਾਰ ਅਸੀਂ ਆਪਣਾ ਮੁੱਦਾ ਹੈਗਾ ਬਾਰੀ ਬਾਰੀ ਸਿਰ ਤੁਹਾਡੇ ਨਾਲ ਉਹ ਸ਼ੇਅਰ ਕਰ ਲੈਣਾ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਅਰਵਿੰਦ ਸਾਡੇ ਵਾਈਸ ਚਾਂਸਲਰ ਸਾਹਿਬ ਨੂੰ ਕਿ ਉਹ ਆਪਣੀ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਕਰਨ। ਜੀ ਮੇਰਾ ਖਿਆਲ ਥੋੜ੍ਹਾ ਜਿਹਾ ਗੱਲ ਪਿੱਛੋਂ ਸ਼ੁਰੂ ਕਰਨੀ ਚਾਹੀਦੀ ਹੈ। ਪੰਜਾਬੀ ਯੂਨੀਵਰਸਿਟੀ ਜਿਵੇਂ ਤੁਹਾਨੂੰ ਪਤਾ ਹੈ ਕਿ 1962 'ਚ ਬਣੀ ਪੁਰਾਣੀ ਯੂਨੀਵਰਸਿਟੀ ਔਰ ਪੰਜਾਬੀਆਤ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ ਹੈ। ਇਸੇ ਕਰਕੇ ਪੰਜਾਬੀ ਯੂਨੀਵਰਸਿਟੀ ਦੀ ਕੋਈ ਵੀ ਗੱਲ ਹੋਵੇ ਪੰਜਾਬੀਆਂ ਦੇ ਇੱਕਦਮ ਧਿਆਨ 'ਚ ਆਉਂਦੀ ਹੈ ਕਿਉਂਕਿ ਉਹਦੇ ਨਾਲ ਇੱਕ ਜੁੜਾਵ ਆ। ਉਹਦਾ ਮਨਸ਼ਾ ਹੀ ਇਹ ਹੈ ਕਿ ਪੰਜਾਬੀ ਨੂੰ ਅੱਗੇ ਵਧਾਇਆ ਜਾਏ, ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਇਆ ਜਾਏ, ਵੱਖ-ਵੱਖ ਵਿਸ਼ਿਆਂ 'ਚ ਪੰਜਾਬੀ ਨੂੰ ਲਿਆਂਦਾ ਜਾਏ। ਤੇ ਮੁੱਢਲੇ ਸਾਲਾਂ 'ਚ ਪੰਜਾਬੀ ਯੂਨੀਵਰਸਿਟੀ 'ਚ ਇਸ ਤਰ੍ਹਾਂ ਦਾ ਕੰਮ ਵੀ ਬਹੁਤ ਹੋਇਆ ਕਿ ਭਾਵੇਂ ਉਹ ਫਿਜ਼ਿਕਸ ਦੀਆਂ ਕਿਤਾਬਾਂ ਹੋਣ, ਭਾਵੇਂ ਉਹ ਲਾਅ ਦੀਆਂ ਕਿਤਾਬਾਂ ਹੋਣ, ਪੰਜਾਬੀ 'ਚ ਗਿਆਨ, ਵਿਗਿਆਨ ਅਤੇ ਜ਼ਿੰਦਗੀ ਦੇ ਸਾਰੇ ਕੰਮ ਪੰਜਾਬੀ 'ਚ ਕਰਨ ਵਾਸਤੇ ਪੰਜਾਬੀ ਨੂੰ ਅੱਗੇ ਵਧਾਉਣਾ। ਉਹਦੇ ਨਾਲ ਨਾਲ ਵਿਗਿਆਨ, ਹੋਰ ਸਾਰੇ ਵਿਸ਼ੇ, ਸੋਸ਼ਲ ਸਾਇੰਸਿਸ, ਸਾਡੇ ਕੋਲ 55 ਡਿਪਾਰਟਮੈਂਟ ਨੇ। ਸਾਡੇ ਕੋਲ ਤਲਵੰਡੀ ਸਾਬੋ ਇੱਕ ਬੜਾ ਵੱਡਾ ਕੈਂਪਸ ਹੈ, ਕਾਫੀ ਸਾਰੇ ਬਾਹਰਲੇ ਕੇਂਦਰ ਨੇ, ਕੰਸਟੀਚੂਐਂਟ ਕਾਲਜਿਸ ਨੇ। ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਪਰ ਇੱਕ ਖਾਸ ਗੱਲ ਪੰਜਾਬੀ ਯੂਨੀਵਰਸਿਟੀ ਦੀ ਇਹ ਹੈ ਕਿ ਉਹ ਅਜੇ ਵੀ ਨਾਰਮਲ ਜੀਆਂ ਫੀਸਾਂ 'ਤੇ ਪਛੜੇ ਵਰਗ ਦੇ ਆਮ, ਗਰੀਬ, ਲੜਕੀਆਂ, ਦਲਿਤ ਉਹਨਾਂ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੀ ਹੈ। ਜੇ ਤੁਸੀਂ ਮੇਰੀ ਯੂਨੀਵਰਸਿਟੀ 'ਚ ਆਓ ਅਤੇ ਉੱਥੇ ਤੁਸੀਂ ਗੱਲਬਾਤ ਕਰੋ ਵਿਦਿਆਰਥੀਆਂ ਨਾਲ ਅਤੇ ਉਹਨਾਂ ਦੇ ਕਿੱਥੋਂ ਆਉਂਦੇ ਹੈ, ਉਹਨਾਂ 'ਚੋਂ ਬਹੁਤ ਸਾਰੇ ਉਹ ਨੇ ਜਿਹੜੇ ਪਹਿਲੀ ਜਨਰੇਸ਼ਨ ਦੇ ਲਿਟਰੇਟ ਨੇ, ਜਿਨ੍ਹਾਂ ਦੇ ਮਾਂ-ਬਾਪ ਪੜ੍ਹੇ ਲਿਖੇ ਵੀ ਨਹੀਂ ਹੈ, ਜਿਨ੍ਹਾਂ ਦੇ ਮਾਂ-ਬਾਪ ਆਪ ਪਰਿਵਾਰਾਂ 'ਚੋਂ ਨੇ, ਕੋਈ ਦਿਹਾੜੀ ਕਰਦਾ ਹੈ, ਮਜ਼ਦੂਰੀ ਕਰਦਾ ਹੈ। ਸੋ ਨਟਸ਼ੈਲ 'ਚ ਮੈਂ ਕਹਿਣਾ ਵੀ ਅਸੀਂ ਉਚੇਰੀ ਵਿੱਦਿਆ ਪਛੜੇ ਵਰਗਾਂ ਨੂੰ ਦੇਣ ਦਾ ਕੰਮ ਮਾਲਵੇ ਦੇ ਖੇਤਰ 'ਚ ਲੰਬੇ ਸਮੇਂ ਤੋਂ ਕਰਦੇ ਰਹੇ ਹਾਂ ਅਤੇ ਅਸੀਂ ਇਹਨੂੰ ਇਸੇ ਤਰ੍ਹਾਂ ਹੀ ਕਰਦੇ ਰਹਿਣਾ ਚਾਹੁੰਦੇ ਹਾਂ। ਮਸਲਾ ਇੱਥੋਂ ਪੈਦਾ ਹੁੰਦਾ ਹੈ ਕਿ ਕਿਸੇ ਸਮੇਂ ਦੇ ਉੱਤੇ ਪਾਲਿਸੀਜ਼ ਬਦਲ ਜਾਂਦੀਆਂ ਨੇ, ਫੀਸ ਸਟਰਕਚਰ ਚੇਂਜ ਹੁੰਦੇ ਨੇ, ਗ੍ਰਾਂਟ ਸਟਰਕਚਰ ਚੇਂਜ ਹੋ ਜਾਂਦੇ ਨੇ ਅਤੇ ਹੌਲੀ ਹੌਲੀ ਯੂਨੀਵਰਸਿਟੀ ਜਿਹੜੀ ਆ ਉਹ ਵਿੱਤੀ ਸੰਕਟ ਵੱਲ ਨੂੰ ਵੱਧਦੀ ਹੈ। ਇਹਦੀ ਸ਼ੁਰੂਆਤ ਮੈਂ 1991 ਦੀ ਨਿਊ ਲਿਬਰਲ ਮਾਡਲ ਇਕੋਨਮੀ ਨੂੰ ਕਹਾਂਗਾ ਕਿ ਗ੍ਰਾਂਟਾਂ ਘਟਣੀਆਂ ਸ਼ੁਰੂ ਹੋ ਗਈਆਂ, ਫੀਸਾਂ ਵਧਣੀਆਂ ਸ਼ੁਰੂ ਹੋ ਗਈਆਂ। ਪਰ ਪੰਜਾਬੀ ਯੂਨੀਵਰਸਿਟੀ ਕਿਉਂਕਿ ਉੱਥੇ ਇੱਕ ਖਾਸ ਕਿਸਮ ਦਾ ਸੱਭਿਆਚਾਰ ਹੈ, ਉਹਨੇ ਆਪਣੀਆਂ ਫੀਸਾਂ ਉਸ ਢੰਗ ਨਾਲ ਨਹੀਂ ਵਧਾਈਆਂ ਜਿਸ ਤਰ੍ਹਾਂ ਬਾਕੀ ਅਦਾਰਿਆਂ ਨੇ ਵਧਾਈਆਂ। ਫਿਰ ਉੱਥੇ ਹੋਰ ਵੀ ਕੁਝ ਗੱਲਾਂ ਸਾਹਮਣੇ ਆਪਾਂ ਗੱਲਬਾਤ 'ਚ ਕਰਾਂਗੇ ਵੀ ਇਹਨੂੰ ਮੈਂ ਕਹਿੰਦਾ ਵੀ ਇੱਕ ਹੁੰਦਾ ਮੇਨ ਫੈਕਟਰ। ਸੋ ਮੇਨ ਫੈਕਟਰ ਸਾਡੇ ਵਿੱਤੀ ਘਾਟੇ ਦਾ ਇਹ ਹੈ ਔਰ ਇਹਦੇ ਨਾਲ ਹੋਇਆ ਹੈ ਕਿ ਯੂਨੀਵਰਸਿਟੀ ਤਨਖਾਹਾਂ ਦੇਣ ਜੋਗੀ ਵੀ ਨਹੀਂ ਰਹਿ ਗਈ ਅਤੇ ਯੂਨੀਵਰਸਿਟੀ ਨੇ ਪਿਛਲੇ ਸਾਲਾਂ 'ਚ ਕਰਜ਼ਾ ਵੀ ਚੁੱਕਿਆ
150 ਕਰੋੜ ਦੇ ਕਰੀਬ ਦਾ ਕਰਜ਼ਾ ਹੈ, ਤਨਖਾਹਾਂ ਪੈਂਡਿੰਗ ਨੇ। ਜਦੋਂ ਮੈਂ 2 ਸਾਲ ਪਹਿਲੇ ਉੱਥੇ ਗਿਆ ਸਾਂ ਤੇ ਇਸ ਤਰ੍ਹਾਂ ਦੇ ਹਾਲਾਤ ਸੀ। ਉਸ ਤੋਂ ਬਾਅਦ ਸਰਕਾਰ ਨੇ ਮਦਦ ਕਰਨ ਦੀ ਵੀ ਯੂਨੀਵਰਸਿਟੀ ਦੀ ਕੋਸ਼ਿਸ਼ ਕੀਤੀ, ਕੁਝ ਪਾਰਸ਼ਲ ਸਪੈਸ਼ਲ ਗ੍ਰਾਂਟਾਂ ਦਿੱਤੀਆਂ ਗਈਆਂ, ਹੌਲੀ ਹੌਲੀ ਕੰਮ ਅੱਗੇ ਵਧਿਆ, ਪਰ ਉਹ ਮਸਲਾ ਨਹੀਂ ਸੁਲਝਿਆ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਵੀ ਗੱਲਬਾਤ ਚੱਲੀ ਕਿ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਚੋਂ ਕਿਵੇਂ ਕੱਢਣਾ ਹੈ। ਉਸ ਤੋਂ ਬਾਅਦ ਫਿਰ ਚੰਨੀ ਸਾਹਿਬ ਦੀ ਸਰਕਾਰ ਆਈ, ਉਦੋਂ ਵੀ ਇਹ ਗੱਲਬਾਤ ਚੱਲੀ ਤੇ ਸਾਰੀਆਂ ਹੀ ਸਰਕਾਰਾਂ ਇਸ ਗੱਲ ਤੇ ਬਿਲਕੁਲ ਉਹ ਅਗਰੀ ਕਰਦੀਆਂ ਸਨ ਵੀ ਇਹਦੀ ਲੋੜ ਹੈ ਤੇ ਇਹ ਕਰਨਾ ਚਾਹੀਦਾ ਹੈ। ਫਿਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਅਸੀਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਸਾਡੇ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ, ਉਸ ਵੇਲੇ ਸਾਡੇ ਜਿਹੜੇ ਐਜੂਕੇਸ਼ਨ ਮਿਨਿਸਟਰ ਸੀ ਮੀਤ ਹੇਰ ਜੀ, ਤੇ ਹੁਣ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਹਰਜੋਤ ਬੈਂਸ ਜੀ, ਇਹਨਾਂ ਸਾਰਿਆਂ ਨਾਲ ਸਾਡਾ ਵਿਚਾਰ ਵਟਾਂਦਰਾ ਹੋਇਆ ਤੇ ਅਸੀਂ ਇਹ ਯੂਨੀਵਰਸਿਟੀ ਦੇ ਮਸਲੇ ਸਰਕਾਰ ਦੇ ਸਾਹਮਣੇ ਰੱਖੇ। ਦੂਸਰੀ ਇੱਕ ਗੱਲ ਹੋਰ ਹੋਈ ਕਿ ਕਰਮਚਾਰੀਆਂ ਲਈ 6ਵਾਂ ਪੇ ਕਮਿਸ਼ਨ ਤੇ ਅਧਿਆਪਕਾਂ ਲਈ 7ਵਾਂ ਪੇ ਕਮਿਸ਼ਨ ਅਨਾਉਂਸ ਕੀਤਾ ਗਿਆ ਸਰਕਾਰ ਵੱਲੋਂ। ਉਹਦੇ ਨਾਲ ਵੀ ਸਾਡੀ ਯੂਨੀਵਰਸਿਟੀ ਦਾ ਵਿੱਤੀ ਬੋਝ ਵੱਧ ਗਿਆ ਤੇ ਕੁੱਲ ਮਿਲਾ ਕੇ ਇੱਥੇ ਗੱਲ ਆ ਗਈ ਕਿ ਸਾਡਾ ਜਿਹੜਾ ਤਨਖਾਹ ਦਾ ਬਿੱਲ ਹੈ ਉਹ ਬਹੁਤ ਜ਼ਿਆਦਾ ਸੀ ਔਰ ਅਸੀਂ ਉਹ ਨਹੀਂ ਦੇ ਪਾ ਰਹੇ ਸਾਂ ਤੇ ਅਸੀਂ ਸਰਕਾਰ ਤੋਂ 360 ਕਰੋੜ ਦੀ ਗ੍ਰਾਂਟ ਇਨ ਏਡ 23-24 ਲਈ ਮੰਗੀ ਤਾਂ ਕਿ ਯੂਨੀਵਰਸਿਟੀ ਨੂੰ ਠੀਕ ਢੰਗ ਨਾਲ ਚਲਾਇਆ ਜਾ ਸਕੇ। ਉਹਦੇ ਉੱਤੇ ਜਿਹੜੀ ਬਜਟ ਵਿੱਚ ਪ੍ਰੋਵੀਜ਼ਨਿੰਗ ਹੋਈ, ਜਦੋਂ ਉਹਦੇ ਤੇ ਗੱਲਬਾਤ ਹੋਈ ਤੇ ਫਾਈਨੈਂਸ ਮਿਨਿਸਟਰ ਨੇ ਅਸੈਂਬਲੀ ਦੇ ਵਿੱਚ ਅਨਾਉਂਸ ਕੀਤਾ ਕਿ ਜਿਹੜੀ ਬਣਦੀ ਗ੍ਰਾਂਟ ਪੰਜਾਬੀ ਯੂਨੀਵਰਸਿਟੀ ਦੀ ਹੈ ਉਹ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਜਾਏਗੀ। ਉਹਦੇ ਵਾਸਤੇ ਕੱਲ ਚਿੱਠੀ ਜਾਰੀ ਹੋਈ ਹੈ, ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਪਹਿਲੀ ਤਿਮਾਹੀ 'ਚ 90 ਕਰੋੜ ਦੀ ਗ੍ਰਾਂਟ ਯੂਨੀਵਰਸਿਟੀ ਨੂੰ ਦਿੱਤੀ ਜਾਏਗੀ ਤੇ 30 ਕਰੋੜ ਪ੍ਰਤੀ ਮਹੀਨਾ ਸਾਨੂੰ ਗ੍ਰਾਂਟ ਮਿਲੇਗੀ ਤੇ ਸਾਡਾ ਜਿਹੜਾ ਤਨਖਾਹ ਦਾ ਬਿੱਲ ਹੈ ਉਹ 39 ਕਰੋੜ ਦੇ ਕਰੀਬ ਹੈ। ਤੋਂ ਬਾਕੀ ਖਰਚੇ ਵਗੈਰਾ ਪਾ ਕੇ ਸਾਡਾ ਜਿਹੜਾ ਬਜਟ ਤੇ ਬੜਾ ਵੱਡਾ ਹੈ, ਪਰ ਉਹ ਬਜਟ ਕਈ ਵਾਰੀ ਵੇਖਣ ਨੂੰ ਬਹੁਤ ਵੱਡਾ ਲੱਗਦਾ ਹੈ। ਉਹ ਸਾਡਾ ਅਸਲੀ ਖਰਚਾ ਨਹੀਂ ਹੁੰਦਾ, ਉਹ ਤਾਂ ਅਸੀਂ ਬਜਟ ਬਣਾਉਨੇ ਆ ਕਿ ਜੇ ਸਾਡੇ ਕੋਲ ਪੈਸੇ ਹੋਣਗੇ ਅਸੀਂ ਇਹ ਵੀ ਕਰਾਂਗੇ, ਕਿਤਾਬਾਂ ਵੀ ਖਰੀਦਾਂਗੇ, ਕੰਪਿਊਟਰ, ਪਰ ਉਹ ਆਮ ਤੌਰ ਤੇ ਉਹ ਖਰਚੇ ਕੀਤੇ ਨਹੀਂ ਜਾ ਸਕਦੇ ਕਿਉਂਕਿ ਪੈਸੇ ਨਹੀਂ ਹੁੰਦੇ। ਸੋ ਸਾਡਾ ਜੋ ਇਸ ਵੇਲੇ ਹੈ ਕਿ 360 ਕਰੋੜ ਜੇ ਸਾਨੂੰ ਸਰਕਾਰ ਦੇਗੀ ਸਾਲ ਦਾ ਤੇ 200 ਕਰੋੜ ਦੇ ਕਰੀਬ ਅਸੀਂ ਕਮਾਉਨੇ ਆ। ਐਸੀ ਗੱਲ ਨਹੀਂ ਕਿ ਪੰਜਾਬੀ ਯੂਨੀਵਰਸਿਟੀ ਦੀ ਕਮਾਈ ਨਹੀਂ ਹੈ ਤੇ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਨਿਰਵਾਹ ਹੈ ਤਨਖਾਹਾਂ ਦਾ ਤੇ ਹੋਰ ਛੋਟੇ ਖਰਚਿਆਂ ਦਾ ਉਹ ਹੋ ਜਾਏਗਾ ਤੇ ਯੂਨੀਵਰਸਿਟੀ ਜਿਹੜੀ ਹੈ ਉਹ ਲੀਹਾਂ ਤੇ ਆ ਜਾਏਗੀ ਤੇ ਉਹ ਆਪਣਾ ਜਿਹੜਾ ਉਹ ਕੰਮ ਹੈ ਇਹ ਇੱਕ ਤੇ ਮਾਲਵੇ ਦੇ ਖੇਤਰ 'ਚ ਉਚੇਰੀ ਸਿੱਖਿਆ ਦੇਣ ਦਾ ਤੇ ਦੂਸਰਾ ਜਿਹੜਾ ਖੋਜ ਕਾਰਜ ਉਸ ਯੂਨੀਵਰਸਿਟੀ 'ਚ ਹੁੰਦਾ ਹੈ ਜਿਹੜਾ ਕਿ ਮੁੱਢਲੇ ਸਾਲਾਂ ਤੇ ਬਹੁਤ ਵੀ ਹੋਰ ਵੀ ਵਧੀਆ ਹੁੰਦਾ ਸੀ ਔਰ ਹੁਣ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ। ਇਹਨੂੰ ਅਸੀਂ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਵਾਂਗੇ। ਅਸੀਂ ਕੁਝ ਨਵੇਂ ਕੰਮ ਉਲੀਕੇ ਹੈ। ਇੱਕ ਤਾਂ ਹੈ ਕਿ ਪੰਜਾਬੀ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਪੰਜਾਬੀ ਦੀ ਕੰਪਿਊਟਰਾਈਜੇਸ਼ਨ ਦਾ, ਪੰਜਾਬੀ ਦੇ ਸੌਫਟਵੇਅਰਸ ਦਾ, ਪੰਜਾਬੀ ਦੀ ਗੁਰਮੁਖੀ ਤੋਂ ਸ਼ਾਹਮੁਖੀ ਮਸ਼ੀਨ ਟਰਾਂਸਲੇਸ਼ਨ ਦਾ, ਜਿਵੇਂ ਅਸੀਂ ਹੁਣ ਇੱਕ ਭਾਈ ਵੀਰ ਸਿੰਘ ਜੀ ਦੀ ਕਵਿਤਾਵਾਂ ਦੀ ਕਿਤਾਬ ਛਾਪ ਰਹੇ ਹਾਂ ਜਿਹੜੀ ਸ਼ਾਹਮੁਖੀ 'ਚ ਹੋਏਗੀ ਤਾਂ ਕਿ ਜਿਹੜੇ ਪੰਜਾਬੀ ਸ਼ਾਹਮੁਖੀ 'ਚ ਪੰਜਾਬੀ ਪੜ੍ਹਦੇ ਹੈ ਉਹ ਵੀ ਇਹ ਕਿਤਾਬ ਨੂੰ ਪੜ੍ਹ ਸਕਣ, ਉਹ ਕੰਪਿਊਟਰ ਕਰੇਗਾ। ਇਸ ਤੋਂ ਬਾਅਦ ਅਸੀਂ ਹੋਰ ਬਹੁਤ ਸਾਰੀਆਂ ਕਿਤਾਬਾਂ ਦੀ ਇਸ ਤਰ੍ਹਾਂ ਦੀ ਟਰਾਂਸਲੇਸ਼ਨ ਕਰਾਂਗੇ। ਅਸੀਂ ਪੰਜਾਬ ਦਾ ਇੱਕ ਵਣ-ਤ੍ਰਿਣ ਜੀਵ ਜੰਤ ਮੁੜ ਬਹਾਲੀ ਕੇਂਦਰ ਸ਼ੁਰੂ ਕੀਤਾ ਹੈ ਯੂਨੀਵਰਸਿਟੀ 'ਚ, ਜਿਹੜਾ ਕਿ ਪੰਜਾਬ ਦੇ ਜਿਹੜੇ ਜੀਵ ਜੰਤੂ ਜਾਂ ਆਪਣੇ ਪੌਦੇ ਇੱਥੋਂ ਖਤਮ ਹੋ ਰਹੇ ਹੈ ਉਹਨਾਂ ਨੂੰ ਵਾਪਸ ਕਿਵੇਂ ਲਿਆਉਣਾ ਉਹਦੇ ਤੇ ਖੋਜ ਕਰੇਗਾ। ਅਸੀਂ ਪੰਜਾਬ ਵਿੱਚ ਪੇਂਡੂ ਕਾਰੋਬਾਰੀ ਤੇ ਹੁਨਰ ਵਿਕਾਸ ਕੇਂਦਰ ਸ਼ੁਰੂ ਕੀਤਾ ਹੈ ਤਾਂ ਕਿ ਅਸੀਂ ਇਸ ਤਰ੍ਹਾਂ ਦੇ ਕੋਰਸਿਸ ਸ਼ੁਰੂ ਕਰ ਸਕੀਏ ਜਿਹਦੇ ਨਾਲ ਅਸੀਂ ਉਹ ਵਿਦਿਆਰਥੀ ਬਾਹਰ ਕੱਢੀਏ ਜਿਹੜੇ ਆਪਣੇ ਆਪ ਨੂੰ ਖੁਦ ਇੰਪਲੋਏ ਕਰ ਸਕਣ। ਸੋ ਬਹੁਤ ਸਾਰੇ ਅਸੀਂ ਇਨੀਸ਼ੀਏਟਿਵ ਲਏ ਨੇ। ਨਵੇਂ ਕੋਰਸ ਅਸੀਂ ਸ਼ੁਰੂ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ 5 ਸਾਲਾ ਏਕੀਕ੍ਰਿਤ ਕੋਰਸ। ਉਹ ਕੋਰਸ ਅਸੀਂ 6 ਸਟਰੀਮਸ ਸ਼ੁਰੂ ਕੀਤੇ ਨੇ ਔਰ ਇੱਕ ਬਹੁਤ ਵੱਡੀ ਪਹਿਲ ਕਦਮੀ ਹੈ ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਅਸੀਂ 2 ਸਾਲ ਪਹਿਲੇ ਸ਼ੁਰੂ ਕੀਤੀ ਹੈ। ਉਹਦੇ ਵਿੱਚ ਅਸੀਂ ਭਾਸ਼ਾਵਾਂ ਤੇ ਭਾਸ਼ਾਵਾਂ ਵਿੱਚ ਅਸੀਂ ਪੰਜਾਬੀ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਫਾਰਸੀ, ਉਰਦੂ 6 ਭਾਸ਼ਾਵਾਂ ਪੜ੍ਹਾਉਂਦੇ ਹਾਂ। ਕਿਸੇ ਵੀ ਹਰ ਜਿਹੜਾ ਭਾਸ਼ਾ ਦੇ ਵਿੱਚ ਵਿਦਿਆਰਥੀ ਆਏਗਾ ਉਹ 6 ਭਾਸ਼ਾਵਾਂ ਸਿੱਖੇਗਾ ਤੇ ਫਿਰ ਇੱਕ ਭਾਸ਼ਾ ਦੇ ਵਿੱਚ ਉਹ ਅੱਗੇ ਮੇਜਰ ਕਰੇਗਾ। ਇਸ ਤਰ੍ਹਾਂ ਹੀ ਪਰਫਾਰਮਿੰਗ ਐਂਡ ਵਿਜ਼ੂਅਲ ਆਰਟਸ, ਸਾਡੇ ਜਿਹੜੇ ਆਰਟ ਦੇ ਡਰਾਮਾ ਦੇ ਡਿਪਾਰਟਮੈਂਟ ਬਹੁਤ ਅੱਛੇ ਨੇ। ਹੁਣ ਅਸੀਂ 12ਵੀਂ ਤੋਂ ਬਾਅਦ ਹੀ ਬੱਚੇ ਲਵਾਂਗੇ ਜਿਨ੍ਹਾਂ ਨੂੰ 5 ਸਾਲ ਦੇ ਵਿੱਚ ਜਿਹੜਾ ਉਹ ਆਰਟ ਚਾਹੁੰਣਗੇ, ਜਿਹੜਾ ਫਿਲਮਾਂ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਜਾਂ ਜਿਹੜਾ ਸੰਗੀਤ ਵਾਲੇ ਪਾਸੇ ਜਾਣਾ ਚਾਹੁੰਦਾ ਹੈ, ਸ਼ੁਰੂ ਤੋਂ ਮੈਂਟਰ ਕਰਕੇ ਉਹਨੂੰ 5 ਸਾਲ ਦੇ ਵਿੱਚ ਨਾਲ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਦਿੱਤੀ ਜਾਏਗੀ। ਇਸੇ ਤਰ੍ਹਾਂ ਹੀ ਸੋਸ਼ਲ ਸਾਇੰਸਿਸ, ਇਸੇ ਤਰ੍ਹਾਂ ਹੀ ਮੈਥਮੈਟੀਕਲ ਐਂਡ ਕੰਪਿਊਟਿੰਗ ਸਾਇੰਸਿਸ, ਫਿਜ਼ੀਕਲ ਸਾਇੰਸਿਸ, ਬਾਇਓਲੋਜੀਕਲ ਸਾਇੰਸਿਸ। ਸੋ 6 ਸਟਰੀਮਸ ਦੇ ਵਿੱਚ ਅਸੀਂ ਨਵੇਂ 5 ਸਾਲਾ ਏਕੀਕ੍ਰਿਤ ਕੋਰਸ ਸ਼ੁਰੂ ਕੀਤੇ ਹੈ ਜਿਹੜੇ ਇੰਟਰਡਿਸਪਲਿਨਰੀ ਔਰ ਮਲਟੀ ਡਿਸਪਲਿਨਰੀ ਨੇ, ਜਿਹਦੇ 'ਚ ਸੰਗੀਤ ਦਾ ਵਿਦਿਆਰਥੀ ਫਿਜ਼ਿਕਸ ਪੜ੍ਹ ਸਕਦਾ ਹੈ, ਬਾਇਓਲੋਜੀ ਦਾ ਵਿਦਿਆਰਥੀ ਗੁਰਮਤਿ ਸੰਗੀਤ ਸਿੱਖ ਸਕਦਾ ਹੈ। ਸੋ ਇੱਕ ਬਹੁਤ ਯੂਨੀਕ ਕਿਸਮ ਦੇ ਪ੍ਰੋਗਰਾਮ ਨੇ ਜਿਹੜੇ ਅਸੀਂ ਸ਼ੁਰੂ ਕੀਤੇ ਹੈ। ਸੋ ਅਸੀਂ ਯੂਨੀਵਰਸਿਟੀ ਨੂੰ ਰੀਸਟਰਕਚਰ ਕਰ ਰਹੇ ਹਾਂ।
ਇਸ ਤਰ੍ਹਾਂ ਹੀ ਜਿਹੜੇ ਕੋਈ ਕੋਰਸ ਬਿਲਕੁਲ ਨਹੀਂ ਸੀ ਚੱਲ ਰਹੇ ਉਹਨਾਂ ਨੂੰ ਅਸੀਂ ਰੀਸਟਰਕਚਰ ਕੀਤਾ ਹੈ। ਸਾਡਾ ਮੋਹਾਲੀ ਦਾ ਸੈਂਟਰ ਹੈ, ਉਹ 'ਚ ਅਸੀਂ ਸਕਿੱਲ ਡਿਵੈਲਪਮੈਂਟ ਦੇ ਕੋਰਸ ਸ਼ੁਰੂ ਕਰ ਰਹੇ ਹਾਂ। ਸੋ ਮੇਰਾ ਕਹਿਣ ਤੋਂ ਮੁੱਖ ਤੌਰ ਤੇ ਭਾਵ ਇਹ ਹੈ ਕਿ ਯੂਨੀਵਰਸਿਟੀ ਨੂੰ ਅਸੀਂ ਨਵੀਂ ਨੁਹਾਰ ਦੇ ਰਹੇ ਹਾਂ ਅਕਾਦਮਿਕ ਪੱਖੋਂ, ਹੋਰ ਸਟੂਡੈਂਟਸ ਲਿਆ ਕੇ, ਸਟੂਡੈਂਟ ਦੀ ਗਿਣਤੀ ਵਧਾ ਕੇ ਨਵੇਂ ਕੋਰਸ ਸ਼ੁਰੂ ਕਰਕੇ। ਤੇ ਇਹਦੇ 'ਚ ਬੜੀ ਵੱਡੀ ਲੋੜ ਸੀ ਕਿ ਜੇ ਅਸੀਂ ਤਨਖਾਹਾਂ ਹੀ ਨਹੀਂ ਦੇ ਪਾ ਰਹੇ ਤੇ ਫਿਰ ਇਹ ਕੰਮ ਕਿਵੇਂ ਅੱਗੇ ਵਧਣਗੇ। ਸੋ ਇਸ ਕਰਕੇ ਭਗਵੰਤ ਮਾਨ ਸਰਕਾਰ ਨੇ ਜੋ ਇਹ ਫੈਸਲਾ ਕੀਤਾ ਹੈ ਔਰ ਜੋ ਉਹਨਾਂ ਨੇ ਇਹ ਸਾਡੇ ਉੱਤੇ ਭਰੋਸਾ ਕੀਤਾ ਹੈ ਕਿ ਅਸੀਂ ਇਹ ਐਜੂਕੇਸ਼ਨ ਦਾ ਕੰਮ ਵਧੀਆ ਕਰਦੇ ਹਾਂ ਤੇ ਵਧੀਆ ਕਰਦੇ ਰਹੀਏ ਤੇ ਸਰਕਾਰ ਸਾਡੇ ਨਾਲ ਹੈ, ਇਹ ਬਹੁਤ ਹੀ ਵੱਡੀ ਪਹਿਲ ਕਦਮੀ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ। ਔਰ ਇਹਦੇ ਕਰਨ ਦੇ ਨਾਲ ਇਹ ਵੀ ਗੱਲ ਸਾਬਤ ਹੁੰਦੀ ਹੈ ਕਿ ਜਿਹੜੀ ਸਾਡੀ ਹੁਣ ਵਾਲੀ ਸਰਕਾਰ ਆ ਇਹ ਹਾਇਰ ਐਜੂਕੇਸ਼ਨ ਸੰਬੰਧੀ ਸੁਹਿਰਦ ਹੈ। ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਵੀ ਅਸੀਂ ਇਸ ਗੱਲ ਨੂੰ ਅੱਗੇ ਵਧਾਵਾਂਗੇ, ਯੂਨੀਵਰਸਿਟੀ ਦੀ ਪੂਰੀ ਮਦਦ ਕਰਾਂਗੇ, ਉਹ ਉਹਨਾਂ ਨੇ ਇਹ 30 ਕਰੋੜ ਦੀ ਮਹੀਨਾ ਗ੍ਰਾਂਟ ਦੇ ਕੇ ਪੂਰੀ ਕੀਤੀ ਹੈ। ਤਾਂ ਮੈਂ ਇੰਨੇ ਕੁ ਸ਼ਬਦ ਸ਼ੁਰੂ 'ਚ ਕਵਾਂਗਾ, ਫਿਰ ਜੇ ਤੁਹਾਡੇ ਕੋਈ ਸਵਾਲ ਹੋਣਗੇ ਤੇ ਉਹਨਾਂ ਤੇ ਆਪਾਂ ਗੱਲਬਾਤ ਕਰ ਸਕਦੇ ਹਾਂ। ਇੱਕ ਮਿੰਟ ਇੱਕ ਵਾਰ ਪਹਿਲਾਂ ਉਹਨਾਂ ਨੂੰ ਬੋਲੀਏ ਜਾਂ ਤੁਸੀਂ ਇਹ ਸਵਾਲ ਜਵਾਬ ਪਹਿਲਾਂ। ਸਾਡੀ ਇੰਨੀ ਡਿਮਾਂਡ ਸੀ ਜੀ, ਸਾਡੀ ਡਿਮਾਂਡ 360 ਕਰੋੜ ਦੀ ਸੀ। ਸਾਨੂੰ ਵੀ ਪਤਾ ਹੈ ਕਿ ਪੰਜਾਬ ਸਰਕਾਰ ਕੋਲ ਕੋਈ ਬਹੁਤ ਵੱਡੀਆਂ ਗਰਾਂਟਾਂ ਨਹੀਂ ਹੈਗੀਆਂ, ਪੰਜਾਬ ਖੁਦ ਕਰਜ਼ੇ ਥੱਲੇ ਹੈ। ਤਾਂ ਅਸੀਂ ਘੱਟ ਤੋਂ ਘੱਟ ਮੰਗਿਆ ਸੀ ਵੀ ਸੈਲਰੀਜ਼ ਅਸੀਂ ਦੇ ਪਾਈਏ। ਉਂਝ ਤਾਂ ਵੈਸੇ ਸਾਡਾ ਬਜਟ ਜਿਹੜਾ ਉਹਦਾ ਡਿਫਿਸਿਟ ਇਹ ਸਾਰਾ ਕੁਝ ਕਰਾ ਕੇ ਵੀ 150 ਕਰੋੜ ਹੈ। 150 ਕਰੋੜ ਦਾ ਸਾਡੇ ਸਿਰ ਕਰਜ਼ਾ ਵੀ ਹੈ। ਦੂਸਰੀ ਅਸੀਂ ਗੱਲ ਸਰਕਾਰ ਨਾਲ ਕੀਤੀ ਸੀ ਕਿ ਸਾਡਾ ਕਰਜ਼ਾ ਜਿਹੜਾ ਉਹ ਸਾਨੂੰ ਕਰਜ਼ਾ ਮੁਕਤ ਕਰ ਦਿੱਤਾ ਜਾਵੇ। ਉਹ ਮਾਨ ਸਾਹਿਬ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਹੋਇਆ ਹੈ, ਜਦੋਂ ਉਹਨਾਂ ਨੂੰ ਠੀਕ ਲੱਗੇਗਾ ਉਹ ਉੱਤੇ ਐਕਟ ਕਰਨਗੇ। ਪਰ ਸਾਡਾ ਮੇਨ ਇਹ ਸੀ ਵੀ ਸਾਡਾ ਡੇ ਟੂ ਡੇ ਕੰਮ ਚੱਲੇ। ਕਰਜ਼ਾ ਤਾਂ ਹੈਗਾ ਹੈ, ਉਹ ਜਦੋਂ ਲੱਥਣ ਹੋਏ ਲੱਥ ਜਾਏਗਾ। ਯੂਨੀਵਰਸਿਟੀ ਦੇ ਵਿੱਚ ਗ੍ਰਾਂਟ ਨੂੰ ਲੈ ਕੇ ਜਿਹੜਾ ਤੁਹਾਡਾ ਇੱਕ ਮੋਰਚਾ ਲੱਗਦਾ ਧਰਨਾ ਚੱਲ ਰਿਹਾ, ਇੱਕ ਤੁਹਾਡਾ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ, ਉਸ ਤਰ੍ਹਾਂ ਦੇ ਮੋਰਚੇ ਚੱਲ ਰਹੇ ਨੇ, ਕੰਸੇ ਕਿਉਂ ਨਹੀਂ ਕਰਕੇ ਤੁਹਾਡੀ ਚਿੱਠੀ ਆ ਗਈ ਜਾਂ ਕੋਈ ਉਹ ਕਹਿੰਦੇ ਲਿਖਤੀ ਤੌਰ ਤੇ ਜਾਂਦਾ? ਨਹੀਂ, ਚਿੱਠੀ ਤੇ ਵੇਖੋ ਰਾਤ ਹੀ ਆਈ ਹੈ, ਤੇ ਚਿੱਠੀ ਆਈ ਹੈ ਮੇਰੇ ਖਿਆਲ 8 ਵਜੇ। ਹਾਂਜੀ, ਕੱਲ ਰਾਤ ਚਿੱਠੀ ਆਈ ਹੈ 8 ਵਜੇ। ਪ੍ਰੈਸ ਕਾਨਫਰੰਸ ਅਸੀਂ ਇਸ ਕਰਕੇ ਹੀ ਕਰ ਰਹੇ ਹਾਂ ਵੀ ਇਹ ਗੱਲ ਜਿਹੜੀ ਹੈ ਇਹ ਹੁਣ ਪਬਲਿਕ ਵਿੱਚ ਜਾਵੇ। ਅੱਜ ਛੁੱਟੀ ਹੈ ਵੈਸੇ ਯੂਨੀਵਰਸਿਟੀ 'ਚ, ਤੇ ਯੂਨੀਵਰਸਿਟੀ ਬੰਦ ਹੋਣ ਕਰਕੇ, ਪਰ ਇਹ ਜਿਹੜੀ ਚਿੱਠੀ ਰਾਤ 8 ਵਜੇ ਆਈ ਹੈ ਸਵੇਰੇ ਹੀ ਇਹ ਸਰਕੂਲੇਟ ਹੋਈ। ਦੇਖੋ ਜੀ, ਮੈਂ ਤਾਂ ਇਸ ਵੇਲੇ ਸੈਟੀਸਫਾਈਡ ਹਾਂ, ਕਿਉਂਕਿ ਜੇ 30 ਕਰੋੜ ਮਹੀਨਾ ਦੀ ਗ੍ਰਾਂਟ ਸਾਨੂੰ ਸਾਰਾ ਸਾਲ ਮਿਲਦੀ ਹੈ ਤੇ 200 ਕਰੋੜ ਅਸੀਂ ਕਮਾ ਲੈਂਦੇ ਹਾਂ। ਇਹ ਤੇ ਨਹੀਂ ਕਿ ਅਸੀਂ ਬਹੁਤ ਨਵੇਂ ਕੰਮ ਕਰ ਸਕਾਂਗੇ, ਪਰ ਕਮ ਸੇ ਕਮ ਅਸੀਂ ਯੂਨੀਵਰਸਿਟੀ ਨੂੰ ਸਹੀ ਢੰਗ ਨਾਲ ਚਲਾ ਸਕਾਂਗੇ। ਔਰ ਸਾਰੇ ਹੀ ਫੈਕਲਟੀ ਨੂੰ ਮੈਂ ਅਪੀਲ ਵੀ ਕੀਤੀ ਹੈ ਕਿ ਜਿਹੜੀਆਂ ਸਾਨੂੰ ਬਾਹਰੋਂ ਗ੍ਰਾਂਟਾਂ ਮਿਲ ਸਕਦੀਆਂ ਪੰਜਾਬ ਸਰਕਾਰ ਤੋਂ ਇਲਾਵਾ, ਉਹਨਾਂ ਵਾਸਤੇ ਵੱਧ ਤੋਂ ਵੱਧ ਜ਼ੋਰ ਲਗਾਇਆ ਜਾਵੇ। ਜਿਵੇਂ ਸੈਂਟਰਲ ਗਵਰਨਮੈਂਟ ਤੋਂ ਅਸੀਂ ਇੱਕ 100 ਕਰੋੜ ਦੀ ਗ੍ਰਾਂਟ ਲਿਖੀ ਹੈ ਸਾਥੀ ਪ੍ਰੋਜੈਕਟ ਦੇ ਅਧੀਨ। ਸਾਥੀ ਪ੍ਰੋਜੈਕਟ ਇਹ ਹੈ ਕਿ ਕੁਝ ਇੰਸਟਰੂਮੈਂਟੇਸ਼ਨ ਯੂਨੀਵਰਸਿਟੀ 'ਚ ਸੈਟਅਪ ਕੀਤੀ ਜਾਏਗੀ, ਜਿਹਨੂੰ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਹੋਰ ਲੋਕ ਵੀ ਵਰਤ ਸਕਣਗੇ। ਤੇ ਉਹ ਜੇ ਸਾਨੂੰ ਮਿਲ ਜਾਂਦੀ ਹੈ ਤਾਂ ਸਾਨੂੰ 100 ਕਰੋੜ ਉੱਥੋਂ ਵੀ ਆਏਗਾ। ਸੋ ਬਹੁਤ ਸਾਰੀਆਂ ਜਿਹੜੇ ਹੋਰ ਰਿਸੋਰਸਿਸ ਨੇ ਉਹਨਾਂ ਨੂੰ ਵੀ ਅਸੀਂ ਵਰਤਾਂਗੇ। ਕੁਝ ਬਹੁਤ ਸਾਰੇ ਸੁਹਿਰਦ ਸੱਜਣ ਵੀ ਨੇ ਜਿਹੜੇ ਖਾਸ ਕਿਸਮ ਦੇ ਰਿਸਰਚ ਪ੍ਰੋਜੈਕਟਾਂ ਨੂੰ ਫੰਡ ਕਰਨਾ ਚਾਹੁੰਦੇ ਆ। ਜਿਵੇਂ ਅਸੀਂ ਹੁਣ ਗੁਰਬਾਣੀ ਵਿਆਕਰਣ ਦੇ ਉੱਤੇ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਜਿੱਥੇ ਮੋਹਨ ਸਿੰਘ ਜੀ ਸਾਡੇ ਨਾਲ ਜੁੜ ਰਹੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਸ਼ਬਦ ਨੂੰ ਕੰਪਿਊਟਰਾਈਜ਼ ਕਰਕੇ ਉਹਦੀ ਸਾਰੀ ਡਿਟੇਲ ਅਵੇਲੇਬਲ ਹੋਏਗੀ। ਇਹ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਕੁਝ ਦਾਨੀ ਸੱਜਣ ਨੇ ਜਿਹੜੇ ਸਾਹਮਣੇ ਆਏ ਹੈ। ਤਾਂ ਪ੍ਰੋਜੈਕਟ ਬੇਸ ਸਾਨੂੰ ਇਸ ਤਰ੍ਹਾਂ ਦੇ ਵੀ ਸੱਜਣ ਮਿਲਦੇ ਆ ਜਿਹੜੇ ਖਾਸ, ਕਿਉਂਕਿ ਸਾਡੀ ਜਿਹੜੀ ਰਿਸਰਚ ਅਸੀਂ ਕਰਦੇ ਹਾਂ ਹੋਰ ਕਿਤੇ ਬਹੁਤੀ ਹੁੰਦੀ ਨਹੀਂ, ਤਾਂ ਉਹਨੂੰ ਫੰਡ ਕਰਨ ਲਈ ਸਾਨੂੰ ਰਿਸੋਰਸਿਸ ਬਾਹਰੋਂ ਵੀ ਮਿਲ ਜਾਂਦੇ। ਹੁਣ ਪਿੱਛੇ ਅਸੀਂ ਭਾਈ ਵੀਰ ਸਿੰਘ ਜੀ ਦੇ 150 ਸਾਲਾਂ ਦੇ ਉੱਤੇ ਕਾਨਫਰੰਸ ਕੀਤੀ, ਉਹਦੇ ਲਈ ਸਾਨੂੰ ਬਾਹਰੋਂ ਵੀ ਰਿਸੋਰਸ ਮਿਲੇ। ਵਾਰਿਸ ਸ਼ਾਹ ਦੇ 300 ਸਾਲਾਂ ਦੇ ਉੱਤੇ ਅਸੀਂ ਇੱਕ ਕਾਨਫਰੰਸ ਕੀਤੀ ਔਰ ਉਹਦੇ ਵਿੱਚ ਅਸੀਂ ਉਹਦੇ ਤੇ ਆਰਟ ਬਣਾਇਆ, ਆਰਟ ਵਰਕਸ਼ਾਪਸ ਕੀਤੀਆਂ। ਸੋ ਉਹ ਵੀ ਹੋਰ ਕਿਸੇ ਸੰਸਥਾ ਨੇ ਇਹੋ ਜਿਹੇ ਇਨੀਸ਼ੀਏਟਿਵ ਨਹੀਂ ਲਏ। ਤਾਂ ਕਿਉਂਕਿ ਯੂਨੀਕ ਇਨੀਸ਼ੀਏਟਿਵਸ ਨੇ ਤੇ ਸਾਨੂੰ ਇਹਦੇ ਤੇ ਕਾਫੀ ਸਾਰਾ ਬਾਹਰੋਂ ਵੀ ਸਹਿਯੋਗ ਮਿਲ ਜਾਂਦਾ। ਐਸਜੀਪੀ ਸਰਕਾਰ ਨੇ ਜਿਹੜੀ ਇਹ ਚਿੱਠੀ ਜਾਰੀ ਕੀਤੀ ਹੈ, ਇੱਕ ਤਿਮਾਹੀ ਦੀ ਗ੍ਰਾਂਟ ਜਾਰੀ ਕੀਤੀ ਹੈ, ਉਸ ਚਿੱਠੀ ਵਿੱਚ ਤੁਹਾਨੂੰ ਇਹ ਵੀ ਲਿਖਿਆ ਹੈ ਕਿ ਅਗਲੀ ਜਿਹੜੀ ਗ੍ਰਾਂਟ ਜਿਹੜੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ? ਵੇਖੋ ਜੀ, ਉਹ ਉਹਨਾਂ ਦਾ ਵਾਅਦਾ ਹੈ। ਜਾਂ ਜਦੋਂ ਉਹਨਾਂ ਨੇ ਹੁਣ ਪਹਿਲੀ ਤਿਮਾਹੀ ਦੀ 90 ਦੇ ਦਿੱਤੀ ਹੈ ਤੇ ਉਹਨਾਂ ਨੇ ਜਦੋਂ ਅਸੈਂਬਲੀ 'ਚ ਕਿਹਾ ਵੀ ਤੁਹਾਨੂੰ ਜਿੰਨੀ ਮੰਗੀ ਗ੍ਰਾਂਟ 360 ਕਰੋੜ ਦੇਵਾਂਗੇ, ਤੇ ਉਹ ਚਿੱਠੀ ਵਿੱਚ ਤੇ ਨਹੀਂ ਉਹਨਾਂ ਨੇ ਲਿਖਿਆ, ਪਰ ਉਹ ਇੰਪਲਿਸਿਟ ਹੁੰਦਾ ਜੀ, ਕਿਉਂਕਿ ਤਿਮਾਹੀ ਦੀ ਗ੍ਰਾਂਟ ਦੀ ਚਿੱਠੀ ਹੈ ਨਾ, ਟੈਕਨੀਕਲ ਚਿੱਠੀ ਹੈ। ਪਹਿਲੀ ਤਿਮਾਹੀ ਦੀ ਗ੍ਰਾਂਟ ਉਹਨਾਂ ਨੇ 90 ਕਰੋੜ ਜਾਰੀ ਕੀਤੀ ਹੈ 30 ਕਰੋੜ ਪ੍ਰਤੀ ਮਹੀਨਾ ਦੇ ਹਿਸਾਬ ਨਾਲ। ਤੇ ਸਾਨੂੰ ਤੇ ਇਹ ਹੈ ਵੀ ਬਾਕੀ ਜਿਹੜੇ 9 ਮਹੀਨੇ ਹੈ ਉਹਨਾਂ 'ਚ ਵੀ ਇਹੀ ਗ੍ਰਾਂਟ ਆਏਗੀ। ਤੁਹਾਨੂੰ ਵਿਸ਼ਵਾਸ ਹੈ ਕਿ ਬਾਕੀ 9 ਮਹੀਨਿਆਂ ਦੀ ਗ੍ਰਾਂਟ ਮਿਲ ਜਾਏਗੀ? ਉਹਨਾਂ ਨੇ ਕਿਹਾ ਜੀ, ਫਾਈਨੈਂਸ ਮਿਨਿਸਟਰ ਸਾਹਿਬ ਨੇ ਕਿਹਾ ਵੀ ਉਹ ਪੂਰੀ ਗ੍ਰਾਂਟ ਤੁਹਾਨੂੰ ਮਿਲੇਗੀ। ਨਹੀਂ, ਖਾਸ ਐਸਜੀਪੀਸੀ ਸਾਨੂੰ ਪਹਿਲਾਂ ਕੁਝ ਕਰਦੀ ਰਹੀ ਹੈ, ਐਸਜੀਪੀਸੀ ਤੋਂ ਸਾਨੂੰ ਕੋਈ ਵੱਡੀਆਂ ਗ੍ਰਾਂਟਾਂ ਨਹੀਂ ਆਉਂਦੀਆਂ। ਹਾਂਜੀ, ਅਸੀਂ ਕਰਦੇ ਹਾਂ ਜੀ, ਪਰ ਉਹ ਮੇਰੇ ਹਿਸਾਬ ਨਾਲ ਪੰਜਾਬੀਆਂ ਦਾ, ਪੰਜਾਬੀ ਯੂਨੀਵਰਸਿਟੀ ਦਾ ਕੰਮ ਹੈ। ਜੇ ਐਸਜੀਪੀਸੀ ਕੋਈ ਸਪਾਂਸਰਡ ਕੰਮ ਕਰਾਉਣਾ ਚਾਹੇ ਅਸੀਂ ਕਰ ਸਕਦੇ ਹਾਂ, ਪਰ ਇਸ ਵੇਲੇ ਕੋਈ ਐਸਜੀਪੀਸੀ ਸਪਾਂਸਰਡ ਪ੍ਰੋਜੈਕਟ ਸਾਡੇ ਕੋਲ ਨਹੀਂ ਹੈਗੇ। ਉਹ ਇੱਕ
ਅਸੀਂ ਸਪੈਸੀਫਿਕਲੀ ਨਹੀਂ ਮੰਗਦੇ ਜੀ, ਪ੍ਰੋਜੈਕਟ ਬੇਸਡ ਹੁੰਦੀ ਜੇ ਉਹ ਕੁਝ ਉਹ ਕਰਨਾ ਚਾਹੁਣ। ਐਸਜੀਪੀਐਸ ਮੈਨੂੰ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਆਫ ਦਾ ਰਿਕਾਰਡ ਕਿ ਐਸਜੀਪੀਸੀ ਦੀਆਂ ਆਪਣੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਕਾਫੀ ਗ੍ਰਾਂਟਸ ਦੇ ਵਿੱਚ ਕਰੋਨਾ ਕਰਕੇ ਡਿਫਿਸਿਟ ਆ ਰਿਹਾ ਹੈ। ਸੋ ਐਸਜੀਪੀਸੀ ਹੁਣ ਉਸ ਤਰ੍ਹਾਂ ਦੀ ਫਿਲੈਂਥਰੋਪੀ ਸ਼ਾਇਦ ਨਹੀਂ ਕਰ ਸਕਦੀ। ਇੱਕ ਦੋਸ਼ ਤਾਂ ਵੀਸੀ ਸਾਹਿਬ ਇਹ ਵੀ ਲੱਗਦਾ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਭਰਤੀ ਜਿਹੜੀ ਹੈ ਕੋਈ ਲੋੜ ਤੋਂ ਜ਼ਿਆਦਾ ਹੋ ਗਈ, ਜਿਹਦੇ ਕਰਕੇ ਤੁਹਾਡੀਆਂ ਤਨਖਾਹਾਂ ਦੇ ਉੱਤੇ ਵੀ ਅਸਰ ਪਿਆ ਜਿਹੜਾ। ਵੇਖੋ ਜੀ, ਗੱਲ ਇਹ ਆ ਵੀ ਇਹਦੀ ਅਸੀਂ ਪੂਰੀ ਐਨਾਲਿਸਿਸ ਕੀਤੀ ਹੈ। ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਭਰਤੀਆਂ ਪਿਛਲੇ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਵੀ ਮੈਂ ਆਪਣੇ ਸਮੇਂ 'ਚ ਕੋਈ ਭਰਤੀ ਨਹੀਂ ਕੀਤੀ। ਇਸ ਤੋਂ ਪਿਛਲੇ 3-4 ਸਾਲ 'ਚ ਵੀ ਕੋਈ ਭਰਤੀ ਨਹੀਂ ਹੋਈ। ਉਸ ਤੋਂ ਪਹਿਲੇ ਜਿਹੜੀਆਂ ਭਰਤੀਆਂ ਹੋਈਆਂ ਨੇ ਉਹਦੀ ਅਸੀਂ ਡਿਟੇਲਡ ਐਨਾਲਿਸਿਸ ਹਿਊਮਨ ਰਿਸੋਰਸ ਕਮੇਟੀ ਰਾਹੀਂ ਕਰ ਰਹੇ ਹਾਂ ਤੇ ਉਹਦੇ ਵਿੱਚ ਜੇ ਕੋਈ ਵੱਧ ਭਰਤੀਆਂ ਸਾਹਮਣੇ ਆਉਣਗੀਆਂ ਤੇ ਅਸੀਂ ਵੇਖਾਂਗੇ ਵੀ ਉਹਨਾਂ ਨੂੰ ਕਿਵੇਂ ਰੀਟ੍ਰੇਨ ਕੀਤਾ ਜਾ ਸਕਦਾ, ਰੀਚੈਨਲਾਈਜ਼ ਕੀਤਾ ਜਾ ਸਕਦਾ। ਪਰ ਜਿੱਥੋਂ ਤੱਕ ਅਧਿਆਪਕਾਂ ਦਾ ਸਵਾਲ ਹੈ, ਮੇਰੇ ਕੋਲ 30% ਪੋਸਟਾਂ ਖਾਲੀ। ਮੇਰੇ ਕੋਲ ਪੋਲੀਟੀਕਲ ਸਾਇੰਸ 2 ਟੀਚਰ ਰਹਿ ਗਏ, ਸੋਸ਼ੀਓਲੋਜੀ 'ਚ 3 ਟੀਚਰ ਰਹਿ ਗਏ, ਹਾਂਜੀ ਪੰਜਾਬੀ 'ਚ ਜਿੱਥੇ 17 ਟੀਚਰ ਹੁੰਦੇ ਸੀ 8 ਨੇ। ਬਹੁਤ ਸਾਰੇ ਵਿਭਾਗਾਂ 'ਚ 1-1, 2-2, 3-3, 4-4 ਟੀਚਰ ਰਹਿ ਗਏ ਹੈ। ਟੀਚਰਾਂ ਦੀ ਬਹੁਤ ਕਮੀ ਹੈ ਯੂਨੀਵਰਸਿਟੀ 'ਚ, ਪੋਸਟਾਂ ਨਹੀਂ ਭਰੀਆਂ ਗਈਆਂ। ਨਾਨ ਟੀਚਿੰਗ ਵਿੱਚ ਕੁਝ ਭਰਤੀਆਂ ਪਿਛਲੇ ਸਮੇਂ 'ਚ ਹੋਈਆਂ ਨੇ, ਉਹਨਾਂ ਨੂੰ ਅਸੀਂ ਇਵੈਲੂਏਟ ਵੀ ਕਰਾਂਗੇ। ਨਨਕਾਣਾ ਸਾਹਿਬ ਵਿੱਚ 300 ਏਕੜ ਤੇ ਜੋ ਯੂਨੀਵਰਸਿਟੀ ਬਣ ਜਾ ਰਹੀ ਹੈ, ਗੁਰਮੁਖੀ ਔਰ ਪੰਜਾਬੀ ਦਾ ਬੱਚਾ, ਇਹਦੇ ਵਾਸਤੇ ਕੋਈ ਖਾਸ ਗੱਲ? ਮੈਨੂੰ ਉਹਦੇ ਬਾਰੇ ਬਹੁਤ ਜ਼ਿਆਦਾ ਨਹੀਂ ਪਤਾ ਜੀ। ਜੇ ਉਹ ਬਣੇ ਤੇ ਅੱਛੀ ਗੱਲ ਹੈ। ਇਹ ਤਾਂ ਲੋੜ ਆ ਪੰਜਾਬ ਨੂੰ, ਉਹਨਾਂ ਯੂਨੀਵਰਸਿਟੀਆਂ ਤੇ ਉਸ ਤਰ੍ਹਾਂ ਦੀ ਖੋਜ ਦੀ ਸਖਤ ਲੋੜ ਹੈ ਜਿਹੜੀ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ, ਕਿਉਂਕਿ ਇਹ ਕੰਮ ਛੋਟੇ ਲੈਵਲ ਤੇ ਹੋ ਰਿਹਾ, ਇਹਨੂੰ ਵੱਡੇ ਲੈਵਲ ਤੇ ਕਰਨ ਦੀ ਲੋੜ ਹੈ। ਮੋਰ ਇਜ਼ ਮੈਰੀਅਰ। ਇੰਫਰਾਸਟ੍ਰਕਚਰ ਨੂੰ ਲੈ ਕੇ ਯੂਨੀਵਰਸਿਟੀ ਨੇ ਕੀ ਕੀਤਾ, ਕਿਉਂਕਿ ਕਰਪਸ਼ਨ ਦੇ ਦੋਸ਼ ਲੱਗਦੇ ਆਏ ਨੇ। ਇੰਫਰਾਸਟ੍ਰਕਚਰ ਜੋ ਡਿਪਾਰਟਮੈਂਟ ਵਿੱਚ ਕਰਪਸ਼ਨ ਹੋਈ ਸੀ, ਯੂਨੀਵਰਸਿਟੀ ਨੇ ਉਸ ਉੱਪਰ ਕੀ ਕੀਤਾ? ਵੇਖੋ ਜੀ, ਮੇਰੇ ਵਾਈਸ ਚਾਂਸਲਰ ਬਣਨ ਤੋਂ ਬਾਅਦ ਅਸੀਂ ਇੱਕ ਵੱਡਾ ਕਰਪਸ਼ਨ ਰੈਕੇਟ ਲੱਭਿਆ ਤੇ ਫੜਿਆ ਹੈ। ਉਹਦੇ ਵਿੱਚ 14 ਕਰੋੜ ਦੇ ਝੂਠੇ ਬਿੱਲ ਅਸੀਂ ਵੀ ਹੈਵ ਬ੍ਰੌਟ them ਟੂ ਬੁੱਕ, ਜਿਹਨੂੰ ਕਹਿੰਦੇ ਆ ਐਗਜ਼ੈਕਟ ਟ੍ਰੇਸ ਕੀਤੇ ਹੈ ਕਿ ਯੂਨੀਵਰਸਿਟੀ ਅਕਾਊਂਟ 'ਚੋਂ ਜਿਹੜੇ 14 ਕਰੋੜ ਦੇ ਗਲਤ ਟ੍ਰਾਂਜੈਕਸ਼ਨਸ ਹੋਈਆਂ ਨੇ। ਉਹਦੇ 'ਚ ਮੇਰਾ ਖਿਆਲ ਤੁਸੀਂ ਡਿਟੇਲ 'ਚ ਦੱਸ ਸਕਦੇ ਹੋ, ਇਹ ਕਿਉਂਕਿ ਉਸ ਕਮੇਟੀ 'ਚ ਸੀਗੇ ਡੀਨ ਸਾਹਿਬ, ਕਿ ਕਿੰਨੇ ਬੰਦਿਆਂ ਜਿਹੜੇ ਆ ਉਹ ਸਸਪੈਂਡ ਹੋਏ ਹੈ। ਉਹ ਇੱਕ ਲੰਬੀ ਪ੍ਰੋਸੈਸ ਅਸੀਂ ਚਲਾਈ ਹੈ ਤੇ ਸਾਨੂੰ 9 ਲੱਖ ਤੋਂ ਮੈਂ ਸ਼ੁਰੂ ਕੀਤਾ ਸੀ ਔਰ 14 ਕਰੋੜ ਤੱਕ ਉਹ ਪਹੁੰਚ ਗਿਆ ਹੈ, ਜਿਹੜੀ ਅਸੀਂ ਕਰਪਸ਼ਨ ਅਨਰਥ ਕੀਤੀ ਹੈ। 7 ਸਾਲ ਤੋਂ ਪਹਿਲਾਂ ਅਸੀਂ ਜਾਂਚ ਚੱਲਦੀ ਪਈ ਹੈ, ਯੂਨੀਵਰਸਿਟੀ ਨੇ ਇਸ ਉੱਪਰ ਸਟੇਟਮੈਂਟ ਦਿੱਤੀ ਹੈ, ਯੂਨੀਵਰਸਿਟੀ ਦੱਸੇਗੀ ਉਹ ਕਿੱਥੇ ਜਾਂਚ ਕਦੋਂ ਹੋਏਗੀ? ਕਿਹੜੀ ਕਾਹਦੀ ਜਾਂਚ ਤੁਸੀਂ ਇਹ ਸਾਰੀ ਕਰਪਸ਼ਨ ਨੂੰ ਲੈ ਕੇ? ਨਹੀਂ, ਕਰਪਸ਼ਨ ਨੂੰ ਲੈ ਕੇ ਨਹੀਂ, ਉਹ ਵੱਖਰੇ ਵੱਖਰੇ ਕੇਸਾਂ ਦੀ ਜਾਂਚ ਹੈ। ਕੁਝ ਉਹਦੇ ਚੋਂ ਖਤਮ ਹੋ ਚੁੱਕੇ ਆ, ਕੁਝ ਚੱਲ ਰਿਹਾ ਹੈ। ਉਹ ਵੱਖਰੇ ਵੱਖਰੇ ਸਪੈਸੀਫਿਕ ਕੇਸ ਨੇ, ਕੋਈ ਓਵਰਆਲ ਯੂਨੀਵਰਸਿਟੀ ਦੀ ਜਾਂਚ ਨਹੀਂ ਚੱਲ ਰਹੀ। 7 ਉੱਥੇ ਜਿਹੜੇ ਟੀਚਰ ਸੀ, ਜਾਲੀ ਸਰਟੀਫਿਕੇਟ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ, ਖਬਰਾਂ ਵੀ ਲੱਗੀਆਂ ਉਹਨਾਂ ਦਾ। ਉਹਨਾਂ ਤੇ ਜੀ ਪੂਰੀ ਕਾਰਵਾਈ ਚੱਲ ਰਹੀ ਹੈ, ਉਹਨਾਂ ਤੇ ਕਮੇਟੀਆਂ ਬਣੀਆਂ ਹੋਈਆਂ ਨੇ। ਉਹ ਜੇ ਸਾਬਤ ਹੋਏਗਾ ਤੇ ਐਕਸ਼ਨ ਲਵਾਂਗੇ। 2 ਉਹਨਾਂ ਚੋਂ ਸਸਪੈਂਡ ਕਰਤੇ ਗਏ ਨੇ ਤੇ ਬਾਕੀਆਂ ਨੂੰ ਉਹਨਾਂ ਤੇ ਕਰਕੇ ਜਵਾਬਦੇਹੀ ਤੇ ਉਹਨਾਂ ਨੂੰ ਅਸੀਂ ਕਮੇਟੀ ਦੇ ਸਾਹਮਣੇ ਉਹ ਇੱਕ ਵਾਰੀ ਆਪਣਾ ਪੱਖ ਰੱਖਣਗੇ। ਜੇ ਦੋਸ਼ੀ ਪਾਏ ਜਾਣਗੇ ਸਜ਼ਾ ਦੇਵਾਂਗੇ। ਸਰ, ਜਿਹੜੇ ਸਸਪੈਂਡ ਕੀਤੇ ਨੇ ਉਹਨਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ? ਸਰਟੀਫਿਕੇਟ ਜਾਲੀ ਸੀ? ਨਹੀਂ, ਜਾਲੀ ਵੇਖੋ, ਜਾਲੀ ਸਾਬਤ ਉਦੋਂ ਹੋਏਗਾ ਜਦੋਂ ਫਾਈਨਲੀ ਸਾਬਤ ਹੋਏਗਾ। ਉਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਗੱਲ ਪਾਈ ਗਈ ਵੀ ਉਹਨਾਂ ਨੇ ਜਿਵੇਂ ਕੋਈ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂ ਕੋਈ, ਜਦੋਂ ਸਾਬਤ ਹੋ ਜਾਏਗਾ ਉਦੋਂ ਸਜ਼ਾ ਮਿਲ ਜਾਏਗੀ। ਰਾਈਟ ਟੂ ਐਜੂਕੇਸ਼ਨ ਐਕਟ 2005 ਜੋ ਲਾਗੂ ਕੀਤਾ ਗਿਆ ਸੀ, ਪਰ ਉੱਤੇ ਅਮਲ ਨਹੀਂ ਹੋ ਰਿਹਾ। ਦੇਖੋ ਜੀ, ਉਹ ਰਾਈਟ ਟੂ ਐਜੂਕੇਸ਼ਨ 2005 ਜਿਹੜਾ ਐਕਟ ਹੈ ਉਹ ਜ਼ਿਆਦਾ ਸਕੂਲ ਐਜੂਕੇਸ਼ਨ ਨਾਲ ਰਿਲੇਟਡ ਹੈ। ਸੋ ਮੈਂ ਉਹਦੇ ਤੇ ਬਹੁਤ ਜ਼ਿਆਦਾ ਕਮੈਂਟ ਨਹੀਂ ਕਰਨੀ ਚਾਹਾਂਗਾ। ਜੇ ਤੁਸੀਂ ਮੈਨੂੰ ਪੁੱਛੋ ਤੇ ਮੁੱਢਲੀ ਵਿੱਦਿਆ ਜਿਹੜੀ ਉਹ ਸਭ ਨੂੰ ਮਿਲਣੀ ਚਾਹੀਦੀ ਹੈ ਔਰ ਉਹ ਫ੍ਰੀ ਮਿਲਣੀ ਚਾਹੀਦੀ। ਜੀ ਸਾਹਿਬ, 150 ਕਰੋੜ ਕਰਜ਼ਾ ਉੱਤੇ ਤਕਰੀਬਨ 18 ਕਰੋੜ ਰੁਪਇਆ ਵਿਆਜ ਬਣਦਾ ਹੈ, ਜਿਹੜਾ ਨਹੀਂ 18 ਕਰੋੜ ਨਹੀਂ ਬਣਦਾ ਜੀ, ਅਸੀਂ ਅੱਜ 10 ਕਰੋੜ ਵਿਆਜ ਜਿੰਨਾ ਵਿਆਜ ਬਣਦਾ ਹੈ। ਪਰ ਜਿਸ ਤਰੀਕੇ ਨਾਲ 200 ਕਰੋੜ ਦੀ ਗੱਲ ਹੋਈ, ਫਿਰ 164 ਕਰੋੜ ਦੀ ਗੱਲ ਹੋ ਜਾਂਦੀ ਹੈ ਬਜਟ ਦੇ ਵਿੱਚ। ਹੁਣ ਤੁਸੀਂ ਕਹਿ ਰਹੇ ਹੋ ਕਿ ਤਮਾਈ ਸਾਡੇ ਕੋਲ ਜਿਹੜੀ ਹੈ ਇਹਨਾਂ ਨੇ ਗ੍ਰਾਂਟ ਜਾਰੀ ਕਰਤੀ। ਤੁਹਾਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਸਰਕਾਰ ਹਜੇ ਆਪ ਵੱਲੋਂ ਗੱਲਾਂ ਕਰ ਰਹੀ ਹੈ ਤੇ ਖਾਸ ਤੌਰ ਤੇ ਜੋ ਪੂਰਾ ਬਜਟ ਹੈ, ਇਹ ਸਾਰਾ ਕਿਤੇ ਸਹੀ ਬੈਠਦਾ, ਮੁਲਾਂਕਣ ਸਹੀ ਹੋ ਜਾਊਗਾ, ਇਹਦੇ ਨਾਲ ਯੂਨੀਵਰਸਿਟੀ ਕਰਜ਼ੇ ਤੋਂ ਬਾਹਰ ਆ ਜਾਊਗੀ? ਵੇਖੋ ਜੀ, ਪਹਿਲੀ ਗੱਲ ਤਾਂ ਹੈ ਕਿ ਯੂਨੀਵਰਸਿਟੀ ਆਪਣੀ ਨਿੱਤ ਪ੍ਰਤੀ ਦੇ ਕੰਮ ਕਰ ਸਕੇ। ਮੇਰਾ ਪਹਿਲਾ ਇਹ ਹੈ ਸਵਾਲ ਕਿ ਉਹ ਤਨਖਾਹਾਂ ਦੇ ਸਕੇ, ਆਪਣੀ ਪੜ੍ਹਾਈ ਦੇ ਖੋਜ ਦਾ ਕੰਮ ਕਰ ਸਕੇ। ਫਿਰ ਕਰਜ਼ਾ ਮੁਕਤੀ ਉਸ ਤੋਂ ਅਗਲੀ ਗੱਲ ਹੈ ਨਾ। ਹੋ ਸਕਦਾ ਸਰਕਾਰ ਕੋਈ ਵੱਖਰਾ ਪੈਕੇਜ ਰਿਲੀਜ਼ ਕਰੇ, ਵਨ ਟਾਈਮ ਕੁਝ ਦੇਵੇ ਤੇ ਕਰਜ਼ਾ ਮੁਕਤ ਕਰ ਦੇਵੇ। ਤੇ ਜੇ ਅਸੀਂ ਹੌਲੀ ਹੌਲੀ ਕਰਨਾ ਫਿਰ ਅਸੀਂ ਕੋਈ ਤਰੀਕਾ ਲੱਭਾਂਗੇ। ਅਸੀਂ ਇੱਕ ਗੱਲ ਮੈਂ ਜ਼ਰੂਰ ਕੀਤੀ ਹੈ ਜੀ, ਮੈਂ ਆਪਣੀ ਟੈਨਿਓਰ 'ਚ ਕੋਈ ਨਵਾਂ ਕਰਜ਼ਾ ਨਹੀਂ ਲਿਆ। ਜੋ ਵੀ ਅਸੀਂ ਕੀਤਾ ਹੈ ਨਵਾਂ ਕਰਜ਼ਾ ਲਏ ਬਗੈਰ ਕੀਤਾ ਹੈ। ਪਿਛਲੇ 2 ਸਾਲ 'ਚ ਅਸੀਂ ਕਰਜ਼ੇ 'ਚ 1 ਰੁਪਈਆ ਵੀ ਜਮ੍ਹਾਂ ਨਹੀਂ ਕੀਤਾ। ਯੂਨੀਵਰਸਿਟੀ ਦੱਸ ਸਕਦੀ ਵੀ ਕਰਜ਼ਾ ਹੋਇਆ ਕਿਵੇਂ ਹੈ? ਵੇਖੋ ਜੀ, ਇਹ ਪੁਰਾਣਾ ਕਰਜ਼ਾ ਹੈ, ਉਹਦਾ ਹੋਇਆ ਮੈਂ ਤੁਹਾਨੂੰ ਮੋਟੇ ਰੂਪ 'ਚ ਦੱਸਿਆ ਸੀ ਵੀ ਜਿਸ ਪੇਸ ਤੇ
ਗ੍ਰਾਂਟਾਂ ਘਟੀਆਂ ਤੇ ਫੀਸਾਂ ਵਧੀਆਂ ਹੋਰ ਯੂਨੀਵਰਸਿਟੀਆਂ 'ਚ, ਪੰਜਾਬੀ ਯੂਨੀਵਰਸਿਟੀ 'ਚ ਫੀਸਾਂ ਉਸ ਰੇਟ ਤੇ ਨਹੀਂ ਵਧੀਆਂ। ਅੱਜ ਵੀ ਜੇ ਤੁਸੀਂ ਆਮ ਕੋਰਸਾਂ ਦੀ ਗੱਲ ਕਰੋ ਤੇ ਸਾਡੀਆਂ ਫੀਸਾਂ ਆਲੇ ਦੁਆਲੇ ਦੀਆਂ ਹੋਰ ਪਬਲਿਕ ਯੂਨੀਵਰਸਿਟੀਆਂ ਨਾਲੋਂ ਅੱਧੀਆਂ ਨੇ। ਸਾਡੇ ਹੋਸਟਲ ਦਾ ਖਰਚਾ 1/3 ਹੈ। ਸੋ ਇਸ ਕਰਕੇ ਅਸੀਂ ਉਸ ਖਰਚੇ ਤੇ ਵਿੱਦਿਆ ਦੇ ਰਹੇ ਹਾਂ ਜਿਹੜਾ ਆਮ ਲੋਕਾਂ ਲਈ ਅਫੋਰਡੇਬਲ ਹੈ। ਵੱਡਾ ਕਾਰਨ ਇਹ ਹੈ ਜਿਹਦੇ ਕਰਕੇ ਖਰਚਾ ਵਧਿਆ। ਸਰ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ ਬਾਕੀ ਲਾਗੇ ਪ੍ਰਾਈਵੇਟ ਯੂਨੀਵਰਸਿਟੀ ਤੋਂ ਤੁਹਾਡੀ ਫੀਸ ਹੈਗੀ ਹੈ ਸਰਕਾਰੀ ਯੂਨੀਵਰਸਿਟੀ। ਹਾਂਜੀ। ਤੁਹਾਡੀ ਬੀਟੈਕ ਦੇ ਇੱਕ ਸਾਲ ਦੀ ਫੀਸ ਕਿੰਨੀ ਹੈ ਸਰ? ਡੀਨ ਸਾਹਿਬ ਦੱਸਿਓ ਜੀ। 98,000 ਹਾਂਜੀ। दोनों सेमेस्टर दी आमला ਨਹੀਂ ਇੱਕ ਸਮੈਸਟਰ ਦੀ दोनों ਦੋਨੋਂ ਸਮੈਸਟਰ ਦੀ 98,000 ਪੇ ਸਕੇਲ ਦੇ ਕਾਰਨ ਟੀਚਰਾਂ ਦੇ ਜਿਹੜੀ ਤਨਖਾਹਾਂ ਵੱਧ ਰਹੀਆਂ ਨੇ, ਕਦੀ ਬੱਚੇ ਦੀ ਫੀਸਾਂ ਵੱਧ ਨਹੀਂ ਰਹੀਆਂ, ਕੀ ਲੱਗਦਾ ਵੀ ਬੋਝ ਪੈ ਰਿਹਾ ਜੇ ਤਨਖਾਹਾਂ ਵਧਣਗੀਆਂ ਤਾਂ? ਦੇਖੋ ਜੀ, ਗੱਲ ਇਹ ਹੈ ਕਿ ਤਨਖਾਹਾਂ ਵਧਣ ਨਾਲ ਸਾਡਾ ਜਿਹੜਾ ਸੈਲਰੀ ਬਿੱਲ ਹੈ ਉਹ ਮਹੀਨੇ ਦਾ 9 ਕਰੋੜ ਵਧਿਆ ਹੈ। ਸਾਡੇ ਤੇ 108 ਕਰੋੜ ਮਤਲਬ ਸਾਲ ਦਾ ਨਵਾਂ ਖਰਚਾ ਗ੍ਰੇਡਾਂ ਕਰਕੇ ਹੋਇਆ ਹੈ। ਸਵਾਲ ਇਹ ਪੈਦਾ ਹੁੰਦਾ ਹੈ ਵੀ ਕੀ ਇਹ ਪੈਸਾ ਬੱਚਿਆਂ ਦੀਆਂ ਫੀਸਾਂ 'ਚੋਂ ਕਮਾਉਣਾ ਚਾਹੀਦਾ ਹੈ? ਮੈਂ ਪਹਿਲੇ ਤੇ ਇਹ ਸਵਾਲ ਪੁੱਛਣਾ ਚਾਹੁੰਦਾ, ਮੈਂ ਸਰਕਾਰ ਨੂੰ ਇਹ ਸਵਾਲ ਪੁੱਛਿਆ ਸੀ। ਮੇਰੇ ਹਿਸਾਬ ਨਾਲ ਤੇ ਜੇ ਪਬਲਿਕ ਯੂਨੀਵਰਸਿਟੀ ਹੈ ਤੇ ਫਿਰ ਉਹ ਕਮਰਸ਼ੀਅਲ ਮਾਡਲ ਨਹੀਂ ਹੋਣਾ ਚਾਹੀਦਾ ਉਹਦਾ, ਤੇ ਇਹ ਪੈਸਾ ਫਿਰ ਸਰਕਾਰ ਦੇਵੇ ਕਿਉਂਕਿ ਟੈਕਸ ਪੇਅਰ ਪੈਸਾ ਦੇ ਰਿਹਾ ਹੈ। ਇਹ ਪਬਲਿਕ ਐਕਸਚੇਕਰ 'ਚ ਆਉਣਾ ਚਾਹੀਦਾ ਹੈ ਜੇ ਗਰੀਬ ਲੋਕਾਂ ਨੂੰ ਐਜੂਕੇਸ਼ਨ ਦੇਣੀ ਹੈ। ਤੇ ਜੇ ਇਹਨੂੰ ਕਮਰਸ਼ੀਅਲਾਈਜ਼ ਹੀ ਕਰਨਾ ਹੈ ਕਿ ਯੂਨੀਵਰਸਿਟੀ ਦਾ ਖਰਚਾ ਫੀਸਾਂ 'ਚੋਂ ਹੀ ਕੱਢਣਾ ਹੈ ਤੇ ਫਿਰ ਪ੍ਰਾਈਵੇਟ ਯੂਨੀਵਰਸਿਟੀਆਂ ਹੈਗੀਆਂ। ਲੇਕਿਨ ਪਟਿਆਲਾ ਯੂਨੀਵਰਸਿਟੀ ਬੰਦ ਹੋਏਗੀ, ਪ੍ਰਾਈਵੇਟ ਯੂਨੀਵਰਸਿਟੀਆਂ ਤਾਂ ਨਹੀਂ, ਕਿਉਂ ਬੰਦ ਹੋਏਗੀ ਜੀ? ਸਰਕਾਰ ਨੇ ਹੁਣ ਗ੍ਰਾਂਟ ਦਿੱਤੀ, ਚੱਲੇਗੀ। ਨਹੀਂ, ਜਿਹੜਾ ਤੁਹਾਡੀ ਤਨਖਾਹਾਂ ਵਧਣਗੀਆਂ ਤੇ ਬੱਚੇ ਦੀ ਫੀਸਾਂ ਉੱਥੇ ਹੀ ਖੜੀਆਂ ਪਈਆਂ ਆ ਤੇ ਫਿਰ ਸਰਕਾਰ ਨੂੰ ਗ੍ਰਾਂਟ ਵਧਾਉਣੀ ਪਏਗੀ। ਵੀਸੀ ਸਾਹਿਬ, ਪਿੱਛੇ ਜੇ ਖਬਰਾਂ ਆਈਆਂ ਕਿ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਕਾਫੀ ਪੰਜਾਬੀ ਯੂਨੀਵਰਸਿਟੀ ਦੇ ਹਾਂਜੀ। ਵਿੱਚ ਸ਼ਿਫਟ ਹੋਇਆ ਜੀ। ਤੇ ਉੱਥੋਂ ਦੀ ਰੈਵਨਿਊ ਮਾਡਲ ਦੀ ਵੀ ਗੱਲ ਹੋਈ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਫੀਸ ਜ਼ਿਆਦਾ ਪੇ ਕਰਨੀ ਪੈਂਦੀ ਹੈ। ਜਿਵੇਂ ਸਾਡੇ ਸਟੂਡੈਂਟ ਬਾਹਰ ਜਾਂਦੇ ਨੇ ਉਹਨਾਂ ਨੂੰ ਜ਼ਿਆਦਾ ਫੀਸ ਦੇਣੀ ਪੈਂਦੀ ਹੈ। ਕੁਝ ਇਹੋ ਜਿਹੇ ਕੋਰਸਸ ਜਾਂ ਕੁਝ ਉਹ ਚੀਜ਼ਾਂ ਦੇ ਵਰਕ ਕਰ ਰਹੇ ਹੋ ਕਿ ਜਿਹੜੀ ਤੁਹਾਡਾ ਡੈਟ ਵੱਧ ਰਿਹਾ ਹੈ ਕਿ ਉਹਨੂੰ ਆਪਾਂ ਕਵਰ ਕਰ ਲਈ, ਉਹ ਸਟੂਡੈਂਟ ਹੋਰ ਨਹੀਂ, ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ। ਅਸੀਂ ਪਿਛਲੇ 3 ਸਾਲਾਂ 'ਚ ਫੋਰਨ ਸਟੂਡੈਂਟ ਸਾਡੇ 4 ਗੁਣਾ ਹੋ ਗਏ। ਅਸੀਂ ਸਪੈਸੀਫਿਕ ਫੋਕਸ ਕੀਤਾ ਕਿ ਜਿਹੜੇ ਸਟੂਡੈਂਟ ਸਕਾਲਰਸ਼ਿਪ ਲੈ ਕੇ ਬਾਹਰਲੇ ਮੁਲਕਾਂ ਤੋਂ ਆਉਂਦੇ ਹੈ ਉਹਨਾਂ ਨੂੰ ਇਨਕਰੇਜ ਕੀਤਾ ਜਾਵੇ ਔਰ ਸਾਨੂੰ ਉਹ 'ਚ ਸਕਸੈਸ ਮਿਲੀ। ਉਹ 'ਚੋਂ ਸਾਨੂੰ ਰੈਵਨਿਊ ਵੀ ਮਿਲਦਾ ਹੈ। ਉਹ 'ਚ ਸਾਡੇ ਕੋਲ ਅਫਗਾਨਿਸਤਾਨ ਤੋਂ, ਅਫਰੀਕਾ ਤੋਂ ਬਹੁਤ ਵਿਦਿਆਰਥੀ ਆਉਂਦੇ ਹੈ। ਉਹ ਖੋਜਾਰਥੀ ਵੀ ਆਉਂਦੇ ਆ, ਵਿਦਿਆਰਥੀ ਵੀ ਆਉਂਦੇ ਆ। ਉਹਨਾਂ ਨੂੰ ICCR ਤੋਂ ਗ੍ਰਾਂਟ ਮਿਲਦੀ ਹੈ। ਉਹ ਸਾਡੇ ਵਾਸਤੇ ਇੱਕ ਅੱਛੀ ਗੱਲ ਹੈ। ਵੈਸੇ ਵੀ ਯੂਨੀਵਰਸਿਟੀ ਦਾ ਮਾਹੌਲ ਵਧੀਆ ਬਣਦਾ ਹੈ ਜਦੋਂ ਵੱਖ-ਵੱਖ ਦੇਸ਼ਾਂ ਤੋਂ ਵਿਦਿਆਰਥੀ ਆਉਂਦੇ ਆ। ਇੱਕ ਕਲਚਰਲ ਐਕਸਚੇਂਜ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਸਾਰੀ ਗੱਲ ਹੈਗੀ ਹੈ ਕਿ ਸਾਡੀ ਜ਼ਿਆਦਾ ਜੋ ਹਿਸਟਰੀ ਹੈਗੀ ਉਹ ਪਾਕਿਸਤਾਨ ਵਿੱਚ ਹੈਗੀ, ਪਰ ਜ਼ਿਆਦਾ ਤਾਲਮੇਲ ਨਾ ਹੋਣ ਕਰਕੇ ਉਹ ਹਿਸਟਰੀ ਕਿਤੇ ਅਲੋਪ ਰਹਿ ਜਾਂਦੀ ਹੈ, ਲੱਗੀ ਰਹਿ ਜਾਂਦੀ ਹੈ। ਬਹੁਤ ਵਧੀਆ ਤੁਹਾਡੀ ਗੱਲ ਹੈ ਜੀ। ਮੈਂ ਤਾਂ ਸ਼ੁਰੂ ਤੋਂ ਇਹ ਕਹਿ ਰਿਹਾ ਕਿ ਪੰਜਾਬੀ ਬੋਲਦੇ ਲੋਕ ਜਿਹੜੇ ਹੈ ਉਹ ਲਗਭਗ 16 ਕਰੋੜ ਨੇ। ਉਹਨਾਂ 'ਚੋਂ 12 ਕਰੋੜ ਪਾਕਿਸਤਾਨ 'ਚ ਰਹਿੰਦੇ ਆ ਤੇ 3 ਕਰੋੜ ਇੱਧਰ ਰਹਿੰਦੇ, 2.5-3 ਕਰੋੜ। ਸੋ ਇਸ ਕਰਕੇ ਜੇ ਅਸੀਂ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨੀ ਹੈ ਤੇ ਸਾਨੂੰ ਗੁਰਮੁਖੀ ਤੇ ਸ਼ਾਹਮੁਖੀ ਦੋਵਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਇਸੇ ਕਰਕੇ ਅਸੀਂ ਇਹ ਕੰਮ ਕਰ ਰਹੇ ਹਾਂ ਵੀ ਜਿਹੜੀ ਇੱਧਰ ਦਾ ਸਾਹਿਤ ਆ ਉਹਨੂੰ ਸ਼ਾਹਮੁਖੀ 'ਚ ਤਬਦੀਲ ਕਰੀਏ, ਉੱਧਰ ਦੇ ਸਾਹਿਤ ਨੂੰ ਗੁਰਮੁਖੀ 'ਚ ਤਬਦੀਲ ਕਰੀਏ ਤਾਂ ਕਿ ਇਹ ਜਿਹੜਾ ਸਾਹਿਤ ਦਾ ਪੰਜਾਬੀ ਦੇ ਉੱਤੇ ਆਦਾਨ ਪ੍ਰਦਾਨ ਹੋ ਸਕੇ। ਬਾਬਾ ਨਜਮੀ ਔਰ ਇਹਸਾਨ ਬਾਬਾ ਜੀ ਇਸ ਤਰ੍ਹਾਂ ਦੇ ਹੋਰ ਲੋਕ ਆ ਜਿਨ੍ਹਾਂ ਨੇ ਸਦਕੇ ਪੰਜਾਬੀ ਉੱਤੇ ਲਾਗੂ ਕੀਤੀ ਗਈ ਸਕੂਲਾਂ ਵਿੱਚ। ਨਹੀਂ, ਸਕੂਲਾਂ 'ਚ ਨਹੀਂ ਜੀ ਹੋਈ ਜੀ। ਪਾਕਿਸਤਾਨ ਦੇ ਸਕੂਲਾਂ 'ਚ ਪੰਜਾਬੀ ਅਜੇ ਵੀ ਨਹੀਂ ਪੜ੍ਹਾਈ ਜਾਂਦੀ ਤੇ ਪੜ੍ਹਾਈ ਜਾਣੀ ਚਾਹੀਦੀ ਹੈ ਕਿਉਂਕਿ ਜਿੱਥੇ ਵੀ ਪੰਜਾਬੀ ਵਸਦੇ ਆ ਉਹਨਾਂ ਦੀ ਸਕੂਲ ਦੇ ਵਿੱਚ ਪੰਜਾਬੀ ਜ਼ਰੂਰੀ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ। ਤੁਹਾਨੂੰ ਕੀ ਲੱਗਦਾ ਕਿਉਂਕਿ ਪਟਿਆਲਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਨਹੀਂ ਹੈ ਜਿਹੜਾ ਫੰਡ ਕ੍ਰੰਚ ਨੂੰ ਲੈ ਕੇ ਬੋਲ ਰਹੀ ਹੈਗੀ। ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਪ੍ਰੋਫੈਸਰ ਅਰਜੁਨ ਗਰੋਵਰ ਜਿਹੜੇ ਹਾਂਜੀ। ਉਹਨਾਂ ਨੂੰ ਵੀ ਹਾਈ ਕੋਰਟ ਜਾਣਾ ਪਿਆ। ਬਿਲਕੁਲ ਜੀ। ਤੁਹਾਨੂੰ ਕੀ ਲੱਗਦਾ ਇਹ ਬਿਲਕੁਲ ਅਸੀਂ ਉਸੇ ਪੰਜਾਬ ਦੀਆਂ ਯੂਨੀਵਰਸਿਟੀਜ਼ ਲਈ ਇੱਕ ਹੋਲਿਸਟਿਕ ਪਲਾਨ ਹੋਣਾ ਚਾਹੀਦਾ ਤਾਂ ਕਿ ਬਾਰ-ਬਾਰ ਜਿਹੜਾ ਹੈਗਾ ਗ੍ਰਾਂਟਸ ਨਾ ਮੰਗਿਆ ਪੈਣ। ਦੇ ਸ਼ੁੱਡ ਹੈਵ ਰਿਕੁਇਜ਼ਿਟ ਫੰਡਸ ਫॉर ਦਿਸ। ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ। ਮੈਂ ਸਰਕਾਰ ਦੇ ਸਾਹਮਣੇ ਇਹ ਗੱਲ ਬਾਰ-ਬਾਰ ਲਿਆਉਣਾ ਹੁੰਦਾ ਕਿ ਹਾਇਰ ਐਜੂਕੇਸ਼ਨ ਜਿਹੜੀ ਹੈ ਨਾ ਇਹ ਲੋ ਇਨਵੈਸਟਮੈਂਟ ਹਾਈ ਰਿਟਰਨ ਗੇਮ ਹੈ। ਇਹਨੂੰ ਫੰਡ ਕਰੋ। ਟੋਟਲ ਅਸੀਂ ਦਿੰਨੇ ਹੀ ਕਿੰਨਾ ਕਾ? ਅਸੀਂ ਇੰਨੀ ਬਹਿਸ ਮੁਬੈਸਾ ਯੂਨੀਵਰਸਿਟੀਆਂ ਤੇ ਕਰਦੇ ਹਾਂ। ਤੁਸੀਂ ਵੇਖੋ ਵੀ ਕੁੱਲ ਮਿਲਾ ਕੇ ਅਸੀਂ ਸਾਲ ਦੀ 360 ਕਰੋੜ ਗ੍ਰਾਂਟ ਮੰਗ ਰਹੇ ਹਾਂ। 360 ਕਰੋੜ 'ਚ ਇੱਕ ਫਲਾਈਓਵਰ ਬਣਦਾ। ਹਾਂਜੀ, ਜਿਹੜੇ ਛੋਟੇ-ਛੋਟੇ ਹੋਰ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ ਹਜ਼ਾਰਾਂ ਕਰੋੜ, ਲੱਖਾਂ ਕਰੋੜਾਂ ਚਲੀਆਂ ਜਾਂਦੀਆਂ ਨੇ। ਟੋਟਲ ਹਾਇਰ ਐਜੂਕੇਸ਼ਨ ਦਾ 1000 ਕਰੋੜ ਬਜਟ ਹੈ। ਇਹਨੂੰ ਤੁਸੀਂ 2000 ਜੇ ਕਰ ਦਿਓ, ਸਾਰੀਆਂ ਯੂਨੀਵਰਸਿਟੀਆਂ ਵਧੀਆ ਚੱਲਣ ਔਰ ਹਾਇਰ ਐਜੂਕੇਸ਼ਨ ਅੱਗੇ ਵਧੇ। ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਕਈ ਵਾਰੀ ਮੈਨੂੰ ਪਿਛਲੇ ਸਮੇਂ ਦੀਆਂ ਪਾਲਿਸੀਆਂ 'ਚ ਇਸ ਤਰ੍ਹਾਂ ਲੱਗਦਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪੈਨੀ ਵਾਈਜ਼ ਪਾਊਂਡ ਫੂਲਿਸ਼, ਕਿ ਅਸੀਂ ਹਾਇਰ ਐਜੂਕੇਸ਼ਨ ਉੱਤੇ ਕੱਟ ਕਰੀ ਜਾਂਦੇ ਹਾਂ ਤੇ ਹੋਰ ਬਹੁਤ ਥਾਵਾਂ ਤੇ ਸਾਡੀ ਸੈਂਕੜੇ ਕਰੋੜਾਂ ਦੀ ਵੇਸਟੇਜ ਹੋ ਜਾਂਦੀ ਹੈ। ਹਾਇਰ ਐਜੂਕੇਸ਼ਨ 'ਤੇ ਪਹਿਲਾਂ ਹੀ ਬਹੁਤ ਥੋੜੀ ਇਨਵੈਸਟਮੈਂਟ ਹੈ। ਇਹਨੂੰ 1.5 ਦੁੱਗਣਾ ਕਰਨ ਨਾਲ ਜੋ ਤੁਸੀਂ ਕਹਿ ਰਹੇ ਹੋ ਸਾਰੇ ਮਸਲੇ ਹੱਲ ਹੋ ਸਕਦੇ।
ਮੈਂ ਇਸ 30 ਕਰੋੜ ਪ੍ਰਤੀ ਮਹੀਨਾ ਗ੍ਰਾਂਟ ਤੋਂ ਬਿਲਕੁਲ ਸੈਟੀਸਫਾਈਡ, ਕਿਉਂਕਿ ਸਰਕਾਰ ਸੁਹਿਰਦ ਹੈ। ਇੱਕ ਇਸ ਸਰਕਾਰ ਦੀ ਗੱਲ ਹੈ ਕਿ ਇਹਨਾਂ ਨਾਲ ਗੱਲਬਾਤ ਹਮੇਸ਼ਾ ਕੀਤੀ ਜਾ ਸਕਦੀ ਹੈ ਤੇ ਹਰ ਗੱਲ ਦੇ ਉੱਤੇ ਇੱਕ ਵਾਰਤਾਲਾਪ ਹਮੇਸ਼ਾ ਹੁੰਦਾ ਹੈ। ਉਸ ਵਾਰਤਾਲਾਪ ਦਾ ਹੀ ਇਹ ਨਤੀਜਾ ਹੈ ਕਿ ਸਰਕਾਰ ਨੇ ਸਾਰੀ ਗੱਲ ਨੂੰ ਸਮਝਿਆ ਹੈ, ਔਰ ਜੇ 30 ਕਰੋੜ ਦੀ ਗ੍ਰਾਂਟ ਸਾਨੂੰ ਪੂਰਾ ਸਾਲ ਮਿਲਦੀ ਹੈ ਤੇ ਮੈਂ ਇਸ ਤੋਂ ਸੰਤੁਸ਼ਟ ਹਾਂ। ਸਗੋਂ ਸਾਡੀ ਜ਼ਿੰਮੇਵਾਰੀ ਵੱਧ ਗਈ ਹੈ। ਮੈਂ ਆਪਣੀ ਸਮਝਦਾ ਵੀ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਕਿ ਜੇ ਹੁਣ ਸਰਕਾਰ ਗ੍ਰਾਂਟ ਦੇ ਰਹੀ ਹੈ ਤੇ ਹੁਣ ਕੋਈ ਬਹਾਨਾ ਨਹੀਂ ਰਹਿ ਜਾਂਦਾ ਵਧੀਆ ਨਾ ਕੰਮ ਨਾ ਕਰਨ ਦਾ। ਇਹ ਜਿਹੜੀ ਸੈਲਰੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਅਮਾਉਂਟ ਆਊਗਾ ਉਹ ਸੈਲਰੀ ਦੇ ਵਿੱਚ ਤੁਹਾਨੂੰ ਸਹੀ ਰਹੂਗਾ ਕਿ ਦੇ ਸਕਦੇ ਹੋ, ਫਿਰ ਇਹਦੇ ਨਾਲ ਰਿਸਰਚ ਵਰਕ ਹੈ ਜਿਹੜਾ ਉਹਦੇ ਤੇ ਕੋਈ ਫਰਕ ਪਏਗਾ ਜਾਂ ਉਹ ਐਜ਼ ਇਟ ਇਜ਼? ਨਹੀਂ, ਰਿਸਰਚ ਵਰਕ ਵੇਖੋ ਸਾਡਾ ਜ਼ਿਆਦਾਤਰ ਰਿਸਰਚ ਵਰਕ ਜਿਹੜਾ ਹੈ ਉਹ ਬਾਹਰ ਦੀਆਂ ਗ੍ਰਾਂਟਾਂ ਨਾਲ ਹੁੰਦਾ ਹੈ। ਅਸੀਂ ਸੈਂਟਰਲ ਗਵਰਨਮੈਂਟ ਤੋਂ, ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਤੋਂ ਉਧਰੋਂ ਗ੍ਰਾਂਟਾਂ ਲੈਂਦੇ ਹਾਂ। ਫਿਰ ਜਿਹੜਾ ਸਾਡਾ ਭਾਸ਼ਾ ਔਰ ਉਹ ਰਿਸਰਚ ਨੇ ਉਹਨਾਂ 'ਤੇ ਬਹੁਤ ਜ਼ਿਆਦਾ ਖਰਚਾ ਨਹੀਂ ਹੁੰਦਾ, ਉਹ ਸਾਨੂੰ ਕਈ ਤਰੀਕੇ ਹੋਰ ਮਿਲ ਜਾਂਦੇ ਹੈ। ਸੋ ਰਿਸਰਚ ਵਰਕ ਪਬਲੀਕੇਸ਼ਨ ਦਾ ਸਾਡਾ ਕੁਝ ਖਰਚਾ ਹੈ ਉਹ ਅਸੀਂ ਕਰ ਸਕਾਂਗੇ, ਕਿਉਂਕਿ ਪਬਲੀਕੇਸ਼ਨ ਤੁਹਾਨੂੰ ਪਤਾ ਪੰਜਾਬੀ ਯੂਨੀਵਰਸਿਟੀ ਦੀਆਂ ਬਹੁਤ ਇੰਪੋਰਟੈਂਟ ਪਬਲੀਕੇਸ਼ਨਸ ਰਹੀਆਂ ਨੇ। ਅਜੇ ਵੀ ਮੈਨੂੰ ਚਿੱਠੀਆਂ ਆਉਂਦੀਆਂ ਨੇ ਜਿਹੜੇ ਲੋਕ ਕਹਿੰਦੇ ਆ ਕਿ ਆ ਵਡਮੁੱਲੀ ਕਿਤਾਬ ਪੰਜਾਬੀ ਯੂਨੀਵਰਸਿਟੀ ਦੀ ਇਹਨੂੰ ਦੁਬਾਰਾ ਛਾਪੋ, ਤੇ ਉਹ ਅਸੀਂ ਉਸ ਕੰਮ ਨੂੰ ਅੱਗੇ ਵਧਾਵਾਂਗੇ ਜਿੰਨਾ ਕੁ ਅਸੀਂ ਕਰ ਸਕਦੇ ਹਾਂ। ਡੀਸੀ ਸਾਹਿਬ, ਕੋਈ ਪ੍ਰਾਈਵੇਟ ਯੂਨੀਵਰਸਿਟੀਆਂ ਜਿਵੇਂ ਕੋਲੈਬ ਕਰਦੀਆਂ ਨੇ ਫੋਰਨ ਯੂਨੀਵਰਸਿਟੀਜ਼ ਦੇ ਨਾਲ, ਕੁਝ ਅਲੱਗ ਤੋਂ ਤੁਸੀਂ ਵੀ ਪਲਾਨ ਕਰ ਰਹੇ ਹੋ ਕਿ ਯੂਨੀਵਰਸਿਟੀਜ਼ ਨਾਲ ਕੋਲੈਬ ਕਰੀਏ? ਜੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਗ੍ਰਾਂਟ ਵੀ ਬਹੁਤ ਯੂਕੇ ਹੋ ਗਏ ਜਾਂ ਹੋਰ ਇਹ ਧੰਦੇ ਵੀ ਹੈਗੇ। ਅਸੀਂ ਪੋਸੀਬਿਲਿਟੀ ਹੈ ਕੋਈ ਕੰਬਾਈਨਡ ਕੋਰਸਿਸ ਦੀ। ਮੇਰੇ ਖਿਆਲ ਪਹਿਲੇ ਇੱਕ ਕੋਰਸ ਮੈਡਮ ਤੁਸੀਂ ਦੱਸੋ। ਅਸੀਂ ਸਾਡੀਆਂ ਬਹੁਤ ਸਾਰੇ ਐਮਓਯੂਜ਼ ਹੈਗੇ ਆ ਫੋਰਨ ਯੂਨੀਵਰਸਿਟੀਜ਼ ਨਾਲ, ਔਰ ਅਸੀਂ ਬੜੀ ਸਕਸੈਸਫੁਲੀ ਪਹਿਲਾਂ ਚਲਾਉਂਦੇ ਵੀ ਰਹੇ ਹਾਂ। ਬਿਜ਼ਨਸ ਮੈਨੇਜਮੈਂਟ ਵਿੱਚ ਇੱਕ ਐਮਬੀਏ ਕੋਰਸ ਚੱਲਦਾ ਸੀ ਜਿਹਦਾ 1 ਸਾਲ ਇੱਥੇ ਸੀ, 1 ਸਾਲ ਯੂਐਸਏ ਸੀਗਾ। ਸੋ ਉਹ ਜੇ ਸਾਡੇ ਜਿਹੜੇ ਐਕੈਡੈਮਿਕ ਐਂਡੇਵਰਸ ਬਹੁਤ ਹੈ ਜਿੱਥੇ ਅਸੀਂ ਫੋਰਨ ਯੂਨੀਵਰਸਿਟੀਜ਼ ਨਾਲ ਕੋਲੈਬੋਰੇਸ਼ਨ ਪਹਿਲਾਂ ਵੀ ਕੀਤੀ ਹੈ ਤੇ ਹੁਣ ਵੀ ਚੱਲ ਰਹੀ ਹੈ, ਫਿਲਹਾਲ ਵੀ ਚੱਲ ਰਹੀ ਹੈ। ਪਰ ਉਸ ਨਾਲ ਕੋਈ ਐਦਾਂ ਫੰਡ ਨਹੀਂ ਆਉਂਦਾ। ਹਾਂ, ਬੱਚਿਆਂ ਲਈ ਇੱਕ ਐਕਸਪੋਜ਼ਰ ਹੈ ਕਿ ਬੱਚੇ ਬਾਹਰ ਜਾ ਕੇ ਆਪਣੀ ਪੜ੍ਹਾਈ ਪੂਰੀ ਕਰਦੇ ਨੇ। ਸਰ, ਜਦੋਂ ਬਜਟ ਦੀ ਗੱਲ ਆਈ ਸੀ ਤੇ ਬਜਟ ਘੱਟ ਹੋਣ ਦੀ ਗੱਲ ਆਈ ਸੀ, ਉਦੋਂ ਸਰਕਾਰ ਦੇ ਨੁਮਾਇੰਦੇ ਨੇ ਕਿਹਾ ਸੀਗਾ ਇੱਥੇ ਕਿ ਕਿਉਂਕਿ ਉੱਥੇ ਜਿਹੜੀ ਇੰਪਲੋਇਮੈਂਟ ਹੈਗੀ ਹੈ, ਜਿਹੜੀ ਉੱਥੇ ਰਿਕਰੂਟਮੈਂਟ ਹੈਗੀ ਹੈ, ਉਹ ਉਸ ਤਰੀਕੇ ਦੇ ਨਾਲ ਰੈਗੂਲਰਾਈਜ਼ ਤਰੀਕੇ ਦੇ ਨਾਲ ਜਾਂ ਥਰੂ ਰੂਲਸ ਨਹੀਂ ਕੀਤੀ ਗਈ ਹੈ, ਇਸ ਕਰਕੇ ਉਹ ਜਿਹੜਾ ਉੱਥੇ ਵੇਸਟ ਜਾਂ ਇਸ ਤਰੀਕੇ ਦੇ ਨਾਲ ਫੰਡ ਉਸ ਤਰੀਕੇ ਨਾਲ ਦਿੱਤਾ ਜਾਂਦਾ। ਕੀ ਕਹੋਗੇ ਇਸ ਬਾਰੇ? ਵੇਖੋ ਜੀ, ਇਸ ਤਰ੍ਹਾਂ ਹੈ ਕਿ ਜਿੰਨੀਆਂ ਵੀ ਵੱਧ ਜਾਂ ਜਿੱਥੇ ਗੱਲ ਚੱਲਦੀ ਹੈ ਉਹ ਸੀ ਕਲਾਸ ਇੰਪਲੋਈਜ਼ ਦੀ ਗੱਲ ਚੱਲਦੀ ਹੈ। ਸੀ ਕਲਾਸ ਇੰਪਲੋਈਜ਼ ਯੂਨੀਵਰਸਿਟੀ 'ਚ ਕਾਫੀ ਨੇ, ਤੇ ਜੇ ਉਹਨਾਂ ਨੂੰ ਅਸੀਂ 10% ਘਟਾਉਂਦੇ ਹਾਂ ਤੇ ਸਾਨੂੰ ਸਾਲ ਦਾ 12 ਕਰੋੜ ਬਚੇਗਾ। ਜੇ ਅਸੀਂ 20% ਘਟਾਉਂਦੇ ਹਾਂ ਤੇ 24 ਕਰੋੜ ਬਚੇਗਾ। ਉਹ ਅਸੀਂ ਵੇਖ ਲਾਂਗੇ, ਪਰ ਉਹ ਮੇਜਰ ਕੰਟਰੀਬਿਊਸ਼ਨ ਨਹੀਂ ਬਣਦੀ ਸਾਡੇ ਡਿਫਿਸਿਟ ਦੀ, ਉਹ ਮਾਰਜਨਲ ਫੈਕਟਰ ਹੀ ਗਿਣਿਆ ਜਾਏਗਾ। ਮੇਜਰ ਫੈਕਟਰ ਮੈਂ ਤੁਹਾਨੂੰ ਪਹਿਲੇ ਦੱਸਦਾ ਹੈ, ਕਿਉਂਕਿ ਅਸੀਂ ਇਕਨੋਮਿਕਸ ਹਮੇਸ਼ਾ ਕਹਿੰਦੇ ਆ ਵੀ ਮੇਜਰ ਫੈਕਟਰ ਤੇ ਮਾਰਜਨਲ ਫੈਕਟਰ, ਪਰ ਇਹ ਨਹੀਂ ਕਿ ਮਾਰਜਨਲ ਫੈਕਟਰ ਨਹੀਂ ਵੇਖਣੇ ਚਾਹੀਦੇ। ਮਾਰਜਨਲ ਫੈਕਟਰ ਵੇਖਣੇ ਚਾਹੀਦੇ ਹੈ ਔਰ ਉਹਦੇ ਅਸੀਂ ਕੰਮ ਕਰਾਂਗੇ। ਉਹਦੇ 'ਚ ਅਸੀਂ ਇਹ ਕਿ ਇੱਕ ਤਾਂ ਸਾਡੀ ਪਾਲਿਸੀ ਹੈ ਕਿ ਜਿਹੜਾ ਬੰਦਾ ਰਿਟਾਇਰ ਹੋ ਜਾਂਦੇ ਅਸੀਂ ਨਵਾਂ ਬੰਦਾ ਨਹੀਂ ਰੱਖ ਰਹੇ, ਉਹਦੇ ਨਾਲ ਸਾਡੀ ਕਾਫੀ ਗਿਣਤੀ ਹੌਲੀ ਹੌਲੀ ਘਟੇਗੀ। ਫਿਰ ਅਸੀਂ ਰੀਟ੍ਰੇਨਿੰਗ ਦੀ ਗੱਲ ਕਰ ਰਹੇ ਹਾਂ। ਕੁਝ ਪੋਰਟਫੋਲੀਓਜ਼ ਨੇ ਜਿੱਥੇ ਅਸੀਂ ਕੰਟਰੈਕਟ ਦਿੱਤੇ ਹੋਏ ਸੀ ਉਹਨਾਂ ਨੂੰ ਅਸੀਂ ਉਹ ਕੰਮ ਆਪ ਕਰ ਰਹੇ ਕਿਉਂਕਿ ਸਾਡੇ ਕੋਲ ਬੰਦੇ ਹੈਗੇ। ਸੋ ਵੀ ਵਿਲ ਡੂ ਵੇਰੀਅਸ ਥਿੰਗਸ। ਫੇਵਰਿਟਿਜ਼ਮ ਦੀ ਵੀ ਗੱਲ ਕੀਤੀ ਸੀ। ਦੱਸੋ ਜੀ ਕੋਈ ਸਪੈਸੀਫਿਕ ਤੁਹਾਡੇ ਮਨ 'ਚ? ਉਹਨਾਂ ਨੇ ਕਿਹਾ ਕਿ ਕੁਝ ਜਿਹੜੀਆਂ ਹੈਗੀਆਂ ਨੇ ਰਿਕਰੂਟਮੈਂਟ ਤੋਂ ਫੇਵਰਿਟਿਜ਼ਮ ਤੇ ਤੁਸੀਂ ਸਪੈਸੀਫਾਈ ਆ ਕਰੋਗੇ? ਵੇਖੋ ਜੀ, ਇਹ ਜ਼ਿਆਦਾਤਰ ਰਿਕਰੂਟਮੈਂਟਸ 10 ਸਾਲ ਪਹਿਲੇ ਹੋਈਆਂ। ਉਹ ਫਿਰ ਉਸ ਵੇਲੇ ਦਾ ਜੇ ਕੋਈ ਫੇਵਰਿਟਿਜ਼ਮ ਸੀ ਤੇ ਉਹਦੇ ਤੇ ਕੋਈ ਕਮੇਟੀ ਬੈਠ ਸਕਦੀ ਹੈ। ਸਰ, ਮੈਂ ਦੱਸ ਦਿੰਦਾ ਸਰ, ਜਿਹੜੀ ਹਰਾਰਕੀ ਹੁੰਦੀ ਹੈ ਮੇਰੇ ਖਿਆਲ ਪਹਿਲਾਂ ਐਸੋਸੀਏਟ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਜੁਆਇਨ ਕਰਦੇ ਫਿਰ ਐਸੋਸੀਏਟ ਬਣਦੇ। ਹਾਂਜੀ ਸਰ, ਡੀਏਵੀ ਕਾਲਜ ਬਠਿੰਡਾ ਦੇ ਜਿਹੜੇ ਪ੍ਰਿੰਸੀਪਲ ਨੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਉਂਕਿ ਉਹ ਤੁਹਾਡੇ ਨਾਲ ਐਫੀਲੀਏਟਡ ਨੇ। ਹਾਂਜੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹ ਪ੍ਰਿੰਸੀਪਲ ਸਾਹਿਬ ਐਸੋਸੀਏਟ ਪ੍ਰੋਫੈਸਰ ਹੀ ਤੁਹਾਡੇ ਕੋਲ ਅਪਰੂਵ ਨਹੀਂ ਹੈਗੇ, ਉਹ ਪ੍ਰਿੰਸੀਪਲ ਬਣੀ ਬੈਠੇ ਨੇ। ਆਰਟੀਆਂ ਕਈ ਪਈਆਂ ਨੇ। ਵੇਖੋ ਜੀ, ਪਹਿਲੀ ਗੱਲ ਤੇ ਕਾਲਜ ਦਾ ਮਸਲਾ ਯੂਨੀਵਰਸਿਟੀ ਦਾ ਨਹੀਂ, ਅਫੀਲੀਏਟਡ ਕਾਲਜ ਨਹੀਂ, ਅਫੀਲੀਏਸ਼ਨ ਤੇ ਸਾਡੇ ਨਾਲ ਆ, ਪਰ ਉਹ ਅਪਾਇੰਟਮੈਂਟ ਪ੍ਰਾਇਮਰੀਲੀ ਮੈਨੇਜਮੈਂਟ ਕਰਦੀ ਹੈ। ਸਾਡਾ ਨੁਮਾਇੰਦਾ ਜਾਂਦਾ ਹੈ। ਇਹਦੀ ਕੰਪਲੇਂਟ ਵੀ ਆਈ ਸੀ, ਮੈਂ ਉਹਦੀ ਜਾਂਚ ਵੀ ਕਰਾਈ। ਕਿਉਂਕਿ ਡੀਏਵੀ ਕਾਲਜ ਇੱਕ ਬਹੁਤ ਸੈਂਸਿਟਿਵ ਕਾਲਜ ਹੈ ਤੇ ਬਹੁਤ ਸਾਰੇ ਲੋਕਾਂ ਨੇ ਕੁਐਰੀ ਪਾਈ। ਉਹ ਜਾਂਚ ਰਿਪੋਰਟ ਮੇਰੇ ਟੇਬਲ ਤੇ ਪਈ ਹੈ, ਤੁਸੀਂ ਆ ਕੇ ਵੇਖ ਲੈਣਾ। ਉਹ 'ਚੋਂ ਅਨੋਮਲੀ ਕੋਈ ਲੱਭੀ ਨਹੀਂ। ਪਰ ਇਹਦੇ ਨਾਲ ਇੱਕ ਮਿੰਟ ਮੇਰੀ ਗੱਲ ਸੁਣੋ ਜੀ, ਇਹ ਜਿਹੜਾ ਹੈਗਾ ਨਾ ਇਸ ਮਾਮਲੇ ਦਾ ਸਿੱਧਾ ਯੂਨੀਵਰਸਿਟੀ ਨਾਲ ਕੋਈ ਉਸ ਕਿਸਮ ਦਾ ਰਾਬਤਾ ਨਹੀਂ ਹੈਗਾ ਕਿ ਅਸੀਂ ਉਹਦੇ ਫਾਈਨਾਂਸ ਦੀ ਜਾਂ ਉੱਥੇ ਰਿਕਰੂਟਮੈਂਟ ਦੀ ਗੱਲ ਕਰ ਸਕੀਏ, ਕਿਉਂਕਿ ਉਹ ਪ੍ਰਾਈਵੇਟ ਕਾਲਜ ਹੈ। ਉਹਦਾ ਯੂਨੀਵਰਸਿਟੀ ਨਾਲ ਰਾਬਤਾ ਪਰ ਥੋੜ੍ਹਾ ਜਿਹਾ ਇਨਡਾਇਰੈਕਟ ਰਾਸਤਾ, ਤੇ ਸੋ ਇਹ ਉਸ ਕਿਸਮ ਦੀ ਮਿਸਾਲ ਨਹੀਂ ਬਣਦੀ ਜਿਹਦੇ ਨਾਲ ਅਸੀਂ ਯੂਨੀਵਰਸਿਟੀ ਤੇ ਟਿੱਪਣੀ ਕਰ ਸਕੀਏ। ਜੀ ਨਹੀਂ ਜੀ, ਨਹੀਂ, ਸਾਡਾ ਉਹਨਾਂ ਨਾਲ ਕੋਈ ਫਾਈਨੈਂਸ਼ੀਅਲ ਰਿਸ਼ਤਾ ਨਹੀਂ। ਨਹੀਂ ਜੀ, ਸਾਡਾ ਉਹਦੇ ਨਾਲ ਕੋਈ ਫਾਈਨੈਂਸ਼ੀਅਲ ਰਿਸ਼ਤਾ ਨਹੀਂ ਹੈ। ਅਸੀਂ ਡੀਏਵੀ ਕਾਲਜ ਨੂੰ ਅਫੀਲੀਏਟ ਕਰਦੇ ਹਾਂ, ਉਹਨਾਂ ਕੋਲੋਂ ਦਾਖਲਾ ਫੀਸ ਲੈਂਦੇ। ਸਰ, ਐਫੀਲੀਏਟ ਤੁਸੀਂ ਕਰਦੇ ਹੋ? ਹਾਂਜੀ। ਕੁਝ ਨਾਰਮਸ ਤਾਂ ਹੁੰਦੇ ਹੋਣਗੇ ਨਾ? ਨਹੀਂ, ਨਾਰਮਸ ਫੋਲੋ ਕਰਨਗੇ
ਮੈਂ ਕਿਹਾ ਜੀ ਜਿੱਥੋਂ ਤੱਕ ਡੀਏਵੀ ਕਾਲਜ ਦੀ ਕਰੰਟ ਅਪਾਇੰਟਮੈਂਟ ਦਾ ਸਵਾਲ ਹੈ, ਉਹਦੀ ਜਾਂਚ ਰਿਪੋਰਟ ਮੇਰੇ ਟੇਬਲ ਤੇ ਪਈ, ਤੁਸੀਂ ਆ ਕੇ ਦੇਖ ਲਓ। ਜੀ ਆਪਣੀ ਇਹ ਗੱਲ ਖਤਮ ਹੋ ਗਈ ਹੈ, ਉਹਦੇ ਨਾਲ ਸਿੱਧਾ ਹਾਂਜੀ, ਰਾਬਤਾ ਉਹਦੇ 'ਚ ਨਹੀਂ ਲੱਭਾ ਨਹੀਂ ਮੈਨੂੰ ਕੁਝ ਜੀ, ਲੱਭਦਾ ਤਾਂ ਮੈਂ ਐਕਸ਼ਨ ਲੈਂਦਾ। ਹਾਂਜੀ ਆਪਣਾ ਕੋਈ ਸਿੱਧੀ ਇਹਦੀ ਕੋਈ ਗੱਲ ਹਾਂਜੀ, ਨਹੀਂ ਉਹ ਤੁਸੀਂ ਪੁੱਛਿਆ ਮੈਂ ਦੱਸਤਾ, ਹਾਂਜੀ। ਪਰ ਯੂਨੀਵਰਸਿਟੀ ਦਾ ਕੋਈ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨਹੀਂ ਉਹਨਾਂ ਨਾਲ। ਜੀ ਹਾਂਜੀ, ਸਰ ਵਿੱਤੀ ਕੋਰਸਾਂ ਦੇ ਬਾਰੇ ਯੂਨੀਵਰਸਿਟੀ ਦਾ ਕੀ ਹੈ? ਕਿਹੜੇ ਕੋਰਸ ਜੀ? ਕੋਈ ਆਪਣਾ ਸਾਰੀ ਕਿੱਤਾ ਮੁਖੀ ਕੋਰਸ ਜਿਹੜੇ ਹਾਂਜੀ, ਸਾਡੇ ਕੋਲ ਬਹੁਤ ਕਿੱਤਾ ਮੁਖੀ ਕੋਰਸ ਹੈ ਜੀ, ਤੁਸੀਂ ਦੱਸੋ ਡੀਲ। ਪਲਾਨ ਹੈ? ਹਾਂਜੀ, ਅਸੀਂ ਸ਼ਾਰਟ ਟਰਮ ਸਕਿੱਲ ਡਿਵੈਲਪਮੈਂਟ ਦੇ ਕੋਰਸ ਸ਼ੁਰੂ ਕਰ ਰਹੇ ਹਾਂ ਜੀ, ਜਿਹੜੇ 6 ਮਹੀਨੇ ਦੇ, ਅੱਜ ਕੱਲ੍ਹ ਹੀ ਅਸੀਂ ਅਪਰੂਵ ਕੀਤੇ ਪਲੈਨਿੰਗ ਬੋਰਡ 'ਚ 6 ਮਹੀਨੇ ਦੇ ਕੋਰਸ, 1 ਸਾਲ ਦੇ ਕੋਰਸ, 3 ਮਹੀਨੇ ਦਾ ਕੋਰਸ ਵੀ, ਜਿਹਦੇ 'ਚ ਬਹੁਤ ਸਾਰੇ ਨੇ ਜਿਹੜੇ ਡਾਇਰੈਕਟ ਅਪਲਾਈਡ ਨੇ, ਜਿਸ ਤੋਂ ਬਾਅਦ ਉਸ ਕਿੱਤੇ 'ਚ ਵਿਦਿਆਰਥੀ ਨੌਕਰੀ ਲੈ ਸਕਦਾ, ਜਿਵੇਂ ਕਿ ਜੈਨੇਟਿਕ ਕੇਅਰ, ਜਿਵੇਂ ਕਿ ਇੱਕ ਕੋਰਸ ਸੀਗਾ ਕੰਪਿਊਟਰ ਦੇ ਕੋਰਸ ਨੇ। 3 ਮਹੀਨੇ 6 ਮਹੀਨੇ ਆ जी एक मिनट जे किसी ने पंजाबी दे विच हाँ, तो आप हिंदी में सवाल पूछ लीजिए, वो हिंदी में। एक मिनट हाँ जी दिलजीत, एक मिनट हाँ जी, एक बार जे किसी ने पंजाब जस्ट एक मिनट एक जे किसी ने पंजाबी च सवाल पूछना तो वो पूछ लो, उस तो बाद मैं हिंदी च ब्रीफ कर दे। हाँ जी ठीक मिनट हाँ जी ठीक है मेरे ਸਵਾਲ ਹੈ ਕਿ ਦੇਸ਼ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਨੇ ਉਹ ਕਹਿੰਦੇ ਨੇ ਕਿ ਸਾਡੀ ਜ਼ੁਬਾਨ ਤੇ ਤਾਲਾ ਨਹੀਂ ਹੋਣਾ ਚਾਹੀਦਾ। ਤੁਸੀਂ ਕਲਕ ਸਾਹਿਬ ਨੂੰ ਨੋਟਿਸ ਭੇਜਿਆ ਕਿ ਤੁਸੀਂ ਵੀ ਉਹਦੀ ਜ਼ੁਬਾਨ ਤੇ ਤਾਲਾ ਲਗਾਉਣਾ ਚਾਹੁੰਦੇ ਹੋ? ਨਹੀਂ, ਮੈਂ ਨਹੀਂ ਲਾਉਂਦਾ ਜੀ ਕਿਸੇ ਦੀ ਜ਼ਬਾਨ ਤੇ ਤਾਲਾ। ਮੈਂ ਤਾਂ ਸਿਰਫ ਇਹ, ਮੇਰਾ ਤਾਂ ਸਿਰਫ ਇੰਨਾ ਹੀ ਹੈ ਜੀ ਵੀ ਆਪਾਂ ਜੇ ਇੱਕ ਜ਼ਾਬਤੇ 'ਚ ਰਹਿ ਕੇ ਪਬਲਿਕ 'ਚ ਗੱਲ ਕਰੀਏ, ਜਿਹੜੇ ਪਰਸਨਲ ਕਿਸੇ ਦੇ ਉੱਤੇ ਇਲਜ਼ਾਮ ਲਾਉਣੇ ਹੈ, ਉਹ ਜਾਂ ਤਾਂ ਬਿਲਕੁਲ ਤੱਥ ਸਾਹਮਣੇ ਲਿਆਂਦੇ ਜਾਣ, ਤੇ ਇਹ ਬੜਾ ਆਸਾਨ ਆ ਕਿਸੇ ਦੇ ਉੱਤੇ ਗੱਲ ਕਰਨੀ। ਮੈਂ ਤਾਂ ਸਿਰਫ ਤੱਥਾਂ ਦੀ ਗੱਲ ਕਰਦਾ ਜੀ। ਮੈਂ ਨਾ ਆਪਣੀ ਜ਼ਬਾਨ ਤੇ ਤਾਲਾ ਲੱਗਣਾ ਪਸੰਦ ਕਰਦਾ, ਨਾ ਕਿਸੇ ਦੀ। ਮੇਰੇ ਦਫ਼ਤਰ 'ਚ ਆ ਕੇ ਪੀਐਨ ਵੀ ਖੁੱਲ੍ਹ ਕੇ ਗੱਲ ਕਰਦਾ ਹੈ, ਤੇ ਮੈਂ ਉਹਦੀ ਗੱਲ ਬਿਲਕੁਲ ਤਾਲਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਤੱਥਾਂ ਦੀ ਗੱਲ ਹੈ ਕਿ ਕੋਈ ਵੀ ਗੱਲ ਕਰਨ ਤੋਂ ਪਹਿਲਾਂ, ਉਹਨੂੰ ਏਅਰ ਕਰਨ ਤੋਂ ਪਹਿਲਾਂ ਤੱਥ ਵੈਰੀਫਾਈ ਕਰਨੇ ਚਾਹੀਦੇ ਆ, ਤੇ ਦੂਸਰਾ ਪੱਖ ਵੀ ਲੈਣਾ ਚਾਹੀਦਾ, ਜਿਹੜਾ ਆਮ ਤੌਰ ਤੇ ਮੀਡੀਆ ਲੈਂਦਾ। ਤੁਸੀਂ ਸਾਰੇ ਲੈਂਦੇ जी ਅਸੀਂ ਤੁਸੀਂ ਉਹ ਬਾਅਦ ਦੇ ਵਿੱਚ ਪੁੱਛ ਲਓ ਨਾ, ਛੋਟਾ ਜਿਹਾ ਮਾਈਨਰ ਗੱਲ ਹੈ ਨਾ, ਉਹ ਬਾਅਦ ਚ ਪੁੱਛ ਲਓ। ਹਾਂਜੀ ਤੇ ठीक है अभी हम हाँ जी तुसी ये माइक के आज का जो इस प्रेस कॉन्फ्रेंस का उद्देश्य है वो ये है कि हम जो पंजाबी यूनिवर्सिटी है, जो लंबे समय से पंजाब में पंजाबियत और पंजाबी सभ्याचार पे काम कर रही है, उसका जो फाइनेंशियल क्राइसिस पैदा हुआ है, क्योंकि हम मालवा क्षेत्र में गरीब विद्यार्थियों को, दलित विद्यार्थियों को, लड़कियों को, पछड़े विद्यार्थियों को कम फीस पे शिक्षा देते हैं, इसलिए हमारा एक फाइनेंशियल क्राइसिस उत्पन्न हुआ है। उसके ऊपर लंबे समय से बात चल रही थी और बहुत सारी सरकारों से बात हुई, लेकिन जो अभी पंजाब में आम आदमी पार्टी की सरकार है, सरदार भगवंत मान की लीडरशिप में, जिसके फाइनेंस मिनिस्टर हरपाल चीमा जी हैं, हरजोत बैंस जी उसके एजुकेशन मिनिस्टर हैं, और पहले मीत हेर जी एजुकेशन मिनिस्टर से जो हमारी ये बातचीत हुई है, उस पर एक सुहृदता सरकार ने दिखाई है और 30 करोड़ रुपए महीना की ग्रांट पंजाबी यूनिवर्सिटी को जारी की है, जिससे यूनिवर्सिटी का जो रोज़मर्रा का कामकाज है, सैलरीज है, वो हम दे पाएंगे, और हम एजुकेशन जो हम दे रहे हैं और जो खोज हम कर रहे हैं उसको आगे बढ़ा सकेंगे। तो ये एक भरोसा सरकार ने पंजाबी यूनिवर्सिटी पे दिखाया है, उसके लिए हम सरकार का धन्यवाद करते हैं। और हमारी जो जिम्मेदारी बढ़ गई है कि अब हम अपना काम बड़े रूप में करें और पंजाबी यूनिवर्सिटी को एक इंटरनेशनल लेवल पे अकादमिक इंस्टीट्यूशन के रूप में उभारें, उसमें लग जाएंगे। हमने यूनिवर्सिटी में बहुत सारे नए इनिशिएटिव्स लिए हैं, जैसे 5 साल एकीकृत कोर्स 6 स्ट्रीम्स में शुरू किए हैं। हमने इकोसिस्टम रिवाइवल पे सेंटर शुरू किया है। हमने जो हमारा मोहाली सेंटर है, वहाँ स्किल डेवलपमेंट के कोर्स शुरू करने जा रहे हैं, और हमने एक स्किल डेवलपमेंट और एंटरप्रेन्योरशिप का सेंटर भी बनाया है। तो इस तरह से ये यूनिवर्सिटी अपने आप को आगे बढ़ा रही है और पंजाबी को इस समय के साथ आगे बढ़ाने का काम कर रही है, जिस पे पंजाबी की कंप्यूटराइजेशन, सॉफ्टवेयर डेवलपमेंट, और जो गुरमुखी टू शाहमुखी, शाहमुखी टू गुरमुखी मशीन ट्रांसलेशंस, ये सब हो रहा है। और ज्ञान विज्ञान के सब विषयों के ऊपर यूनिवर्सिटी में काम होता है, और वो पंजाबी भाषा को साथ लेके आगे बढ़ता है। हमने जो पर मंथ ग्रांट मांगी थी मिनिमम, वो हमको दे दी गई है। और दूसरी हमारा ये था कि हमको कर्जा मुक्त कर दिया जाए। उसके 150 करोड़ कर्जा है यूनिवर्सिटी के ऊपर, वो एक अलग मुद्दा है, उसके लिए सरकार मुझे लगता है कि अलग से कुछ करेगी। ये रेकरिंग ग्रांट है, ये प्राइमरीली सैलरीज में यूज होगी। मैं आपको ये बता देता हूँ कि यूनिवर्सिटी का बजट तो वैसे 643 करोड़ का बजट है।
उसमें से 360 करोड़ सरकार देगी और हमको लगता है कि हम 200 करोड़ के करीब कमा पाएंगे, तो ये हमारा बन जाएगा 560 करोड़। फिर भी 70-80 करोड़ का एक गैप रह जाएगा, नहीं 170-80 करोड़ का गैप रह जाएगा, जो एक लंबे समय की बात है कि हम उसको कैसे कवर करते हैं। नहीं देखिए, वो तो समय के साथ है। पंजाब की अपनी भी कोई इस तरह की सिचुएशन नहीं है कि हम मांगते ही जाएं, तो हमने बिल्कुल रीजनेबल डिमांड सरकार के सामने रखी है। जी वो बीटेक वाली बात बाद में कर लेंगे, वो छोटा माइनर सा सवाल है। चलो कर लें। हाँ जी। ਸਰ 2022 ਦੇ 23 ਦੇ ਪ੍ਰੋਸਪੈਕਟਸ ਦੇ ਵਿੱਚ ਬੀਟੈਕ ਦੇ ਪਹਿਲੇ ਸਮੈਸਟਰ ਦੀ ਫੀਸ ਕਿੰਨੀ ਜਾਂਦੀ ਹੈ ਸਰ ਤੁਹਾਡੇ ਜਿਹੜਾ ਪ੍ਰੋਸਪੈਕਟਸ ਨਹੀਂ, ਮੈਂ ਕਨਫਰਮ ਕਰ ਦਾਂਗਾ। ਇਸ ਦੇ ਵਿੱਚ ਕੋਈ 25000 ਰੁਪਏ ਉਹਨਾਂ ਦਾ ਸਿਕਿਉਰਿਟੀ ਅਮਾਉਂਟ ਹੈ ਜੋ ਰਿਫੰਡ ਹੁੰਦਾ ਹੈ, ਠੀਕ ਹੈ ਨਾ। ਹਾਂ, ਉਹ ਜੋੜ ਕੇ ਅੰਦਾਜ਼ਨ ਜਸਟ 1,10,000 ਦੇ ਨੇੜੇ ਸਾਰਾ ਕੁਝ ਮਿਲਾ ਕੇ ਹੋਏਗਾ। 1,10,000 12 ਨਹੀਂ ਸਾਲ ਦੀ ਹੈ ਜੀ, 1,10,000। ਹਾਂ, ਤੇ ਕੀ 22-23 ਦੇ ਪ੍ਰੋਸਪੈਕਟਸ ਵਿੱਚ ਪਹਿਲੇ ਸਮੈਸਟਰ ਦੀ 1 ਲੱਖ ਤੋਂ ਉੱਪਰ ਨਹੀਂ ਹੈ ਫੀਸ ਆਇਆ ਨਾ? ਮੈਂ ਕਨਫਰਮ ਕਰ ਦਾਂਗਾ। ਸਰ ਤੁਸੀਂ ਸਾਲ ਦੀ 98 ਕਹਿ ਰਹੇ ਹੋ ਤੇ ਤੁਸੀਂ ਸਮੈਸਟਰ ਦੀ 1 ਲੱਖ ਵੀ ਕਨਫਰਮ ਨਹੀਂ ਕਰ ਰਹੇ। ਇਹ ਟੋਟਲ ਕੋਈ ਲੱਖ ਉਹਦਾ ਚੈੱਕ ਕਰਕੇ ਡਾਕੂਮੈਂਟ ਤੁਹਾਨੂੰ ਦੱਸ ਦਿਆਂਗੇ ਨਾ ਫੈਕਟ। ਦੱਸ ਦਾਂਗੇ। ਸਰ ਪਹਿਲੇ ਟੈਕਸ ਜਿਹੜਾ ਦੱਸਿਆ ਗਲਤ ਹੈ ਜੀ, ਉਹ 98,000 ਵਾਲਾ। ਉਹ ਚੈੱਕ ਕਰਕੇ ਕਹਿ ਰਹੇ ਨੇ ਨਾ, ਬਾਰ-ਬਾਰ ਤੁਹਾਨੂੰ ਦੱਸ ਦੇਣਗੇ। ਜਿਹੜੇ ਸਾਰੇ, ਮੇਰੀ ਗੱਲ ਸੁਣੋ, ਸਾਰੇ ਜਿਹੜੇ ਫੈਕਟਸ ਨੇ ਉਹ ਮੌਕੇ ਦੇ ਉੱਤੇ ਯਾਦ ਨਹੀਂ ਹੁੰਦੇ, ਪਰ ਤੁਸੀਂ ਫੈਕਟ ਪੁੱਛ ਰਹੇ ਹੋ, ਫੈਕਟ ਮਿਲ ਜਾਏਗਾ ਨਾ। ਵੱਡੀ ਕਰ ਰਿਹਾ, ਮੈਂ ਐਗਰੀ ਕਰ ਨਹੀਂ ਉਹਦੇ 'ਚ ਆਪਾਂ ਇਸ ਤਰ੍ਹਾਂ ਰੱਖੀਏ ਕਿ ਫੰਡ ਤੇ ਫੀਸ ਹੁੰਦੀ ਹੈ। ਫਿਰ 98,000 ਵਾਲਾ ਗਲਤ ਦੱਸਿਆ ਜੀ। ਬਿਲਕੁਲ, ਜਿਹੜਾ ਉਹਨਾਂ ਨੇ ਕਿਹਾ ਹੈ ਜੀ ਕਿ ਅਸੀਂ ਤੁਹਾਨੂੰ ਫੈਕਟ ਨੇ ਜਿਹੜੇ ਉਹ ਕਨਫਰਮ ਕਰਕੇ ਦੇ ਦੇਵਾਂਗੇ, ਡਾਕੂਮੈਂਟ ਤੋਂ ਚੈੱਕ ਕਰਕੇ, ਯੂ ਵਿਲ ਗੈਟ ਦਾ ਰਾਈਟ ਫੈਕਟ। ਇਹ ਮੰਨਿਆ 98,000 ਨਹੀਂ ਹੈ, ਇਹ ਤਾਂ ਮੰਨ ਲਿਆ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜਾ ਫੈਕਟ ਹੈ ਉਹ ਤੁਹਾਨੂੰ ਕਨਫਰਮ ਕਰਕੇ ਡਾਕੂਮੈਂਟ ਤੋਂ ਦੱਸ ਦਿੱਤਾ ਜਾਏਗਾ। 98,000 ਨਹੀਂ ਹੈ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜਾ ਫੈਕਟ ਹੈ ਉਹ ਤੁਹਾਨੂੰ ਡਾਕੂਮੈਂਟ ਤੋਂ ਚੈੱਕ ਕਰਕੇ ਦੱਸ ਦਿੱਤਾ ਜਾਏਗਾ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਉਹ ਡਾਕੂਮੈਂਟ ਤੋਂ ਤੁਹਾਨੂੰ ਚੈੱਕ ਕਰਕੇ ਦੱਸ ਦਿੱਤਾ ਜਾਏਗਾ। ਡਾਕੂਮੈਂਟ ਤੋਂ ਤੁਹਾਨੂੰ ਚੈੱਕ ਕਰਕੇ ਦੱਸ ਦਿੱਤਾ ਜਾਏਗਾ। ਤੁਹਾਨੂੰ ਡਾਕੂਮੈਂਟ ਤੋਂ ਚੈੱਕ ਕਰਕੇ ਦੱਸ ਦਿੱਤਾ ਜਾਏਗਾ ਜੀ।